ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖਹੁ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਗਿਆਨ ਅੰਜਨ ਗੁਰ ਜੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸ਼ਬਦ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ
ਅਗਨ ਕੱਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤਿ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਗਿਆਥ ਸੰਸਾਰ ਮਹਿ। ਸ੍ਰੀ ਸਤਿਗੁਰ ਹਰਿ ਰਾਇ ਕੇ, ਨਾਇ ਧਿਆਏ ਜਗ ਅਗ ਜਾਏ। ਕਰ ਪਦ ਪਰ ਪ੍ਰਣਾਮ ਕੋ, ਜਿਹ ਤੇ ਰਿਦ ਸਿਧ ਆਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਕੋਈ ਨਾ ਕਿਸਹੀ ਸੰਗ ਕਾਹੇ ਗਰਬੀਐ, ਏਕ ਨਾਮ ਆਧਾਰ ਭਉ ਜਲ ਤਰਬੀਐ। ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸ਼ਨੋ ਤੇਰਾ ਮਨ ਤੀਰੇ। ਕੋਈ ਨਾ ਕਿਸਹੀ ਸੰਗ ਕਾਹੇ ਗਰਬੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸ਼ਬਦਾ ਅਵਤਾਰ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ। ਲੋਕ ਪਰਲੋਕ ਦੇ ਸਹਾਇਕ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਲੇ, ਸਰਬ ਜੀਵਾਂ ਦੇ ਸਾਂਝੇ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ। ਜੁਗ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਅੱਜ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ।
ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਗਰੀਬ ਨਵਾਜ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦਾ ਜੋ ਆਗਮਨ ਪੁਰਬ ਹੈ, ਕੀਰਤਪੁਰ ਸਾਹਿਬ ਦੀ ਪਾਵਨ ਧਰਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੇਠੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਦੇ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਮਤ 1687 ਬਿਕਰਮੀ ਮਾਘ ਸੁਦੀ 14 ਨੂੰ ਕੀਰਤਪੁਰ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦੇ ਦਿਨ ਆਗਮਨ ਹੋਇਆ। ਜਦੋਂ ਸਤਿਗੁਰੂ ਜੀ ਦਾ ਆਗਮਨ ਹੋਇਆ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਦਾਈ ਨੇ ਆ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਬੜੇ ਪਿਆਰ ਤੇ ਚਾਵਾਂ ਦੇ ਨਾਲ ਆ ਕੇ ਵਧਾਈਆਂ ਦਿੱਤੀਆਂ ਕਿ ਤੁਹਾਡੇ ਘਰ ਵਿੱਚ ਸਾਹਿਬਜ਼ਾਦਾ ਪ੍ਰਗਟ ਹੋਇਆ। ਬੜੇ ਖੁਸ਼ੀ ਤੇ ਚਾਅ ਦੇ ਨਾਲ ਸਿੱਖ ਸਿੱਖਣੀਆਂ ਮਿਲ ਕਰਕੇ ਗੁਰਬਾਣੀ ਦਾ ਸ਼ਬਦ ਗਾਇਨ ਕਰ ਰਹੇ ਹਨ। ਬਹੁਤ ਭਾਰੀ ਉਤਸਵ ਹੋਇਆ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ, ਔਰ ਉਸੇ ਸਮੇਂ ਹੀ ਬਾਬਾ ਗੁਰਦਿੱਤਾ ਜੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਗਰੀਬ ਨਵਾਜ ਸਤਿਗੁਰਾਂ ਦੇ ਕੋਲ ਸਿੱਖਾਂ ਨੂੰ ਭੇਜਿਆ ਕਿ ਜਾਓ ਹੁਣੇ ਜਾ ਕਰਕੇ ਸਤਿਗੁਰਾਂ ਨੂੰ ਇਹ ਖੁਸ਼ੀ ਦੀ ਜੋ ਖਬਰ ਹੈ ਜਾ ਕਰਕੇ ਦੇਵਣਾ ਕਰੋ। ਇਹ ਮਹਾਰਾਜ ਤੁਹਾਡਾ ਪੋਤਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਇਆ ਹੈ। ਜਿਸ ਸਮੇਂ ਸਿੱਖ ਬੜੇ ਪਿਆਰ ਦੇ ਨਾਲ ਚਿੱਠੀ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ, ਹਜੂਰ ਦੇ ਚਰਨਾਂ ਤੇ ਨਮਸਕਾਰ ਕੀਤੀ। ਦੀਵਾਨ ਸਜਿਆ ਹੋਇਆ ਸੀ। ਉਸ ਸਮੇਂ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਸਨ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਸਿੱਖ ਨੇ ਜਦੋਂ ਚਿੱਠੀ ਦਿੱਤੀ, ਮਹਾਰਾਜ ਬਾਬਾ ਗੁਰਦਿੱਤਾ ਜੀ ਨੇ ਮਹਾਰਾਜ ਪੱਤਰਿਕਾ ਭੇਜੀ ਹੈ, ਹੇ ਗਰੀਬ ਨਵਾਜ ਆਪ ਜੀ ਦੇ ਘਰ ਮਹਾਰਾਜ ਪੋਤਰੇ ਦਾ ਆਗਮਨ ਹੋਇਆ। ਬੜੀ ਖੁਸ਼ੀ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਕਰਕੇ ਬਹੁਤ ਪ੍ਰਸੰਨ ਹੋਏ, ਔਰ ਹਜੂਰ ਦੇ ਮਹਿਲ ਸਤਿਕਾਰਯੋਗ ਮਾਤਾਵਾਂ ਮਾਤਾ ਨਾਨਕੀ ਜੀ, ਮਾਤਾ ਮਨਵਾਹੀ ਜੀ, ਮਾਤਾ ਦਮੋਦਰੀ ਜੀ, ਤਿੰਨਾਂ ਹੀ ਮਾਤਾਵਾਂ ਨੇ ਸੁਣ ਕਰਕੇ ਬਹੁਤ ਮਨ ਦੇ ਅੰਦਰ ਉਤਸ਼ਾਹ ਤੇ ਪ੍ਰਸੰਨਤਾ ਧਾਰਨ ਕੀਤੀ ਹੈ। ਜੋ ਸਿੱਖ ਪੱਤਰਿਕਾ ਲੈ ਕੇ ਆਏ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ, ਮਹਾਰਾਜ ਸਾਹਿਬ ਜੀ ਨੇ ਬਹੁਤ ਸਾਰਾ ਧਨ ਤੇ ਪਦਾਰਥ ਉਹਦੀ ਝੋਲੀ ਵਿੱਚ ਪਾਏ ਨੇ। ਜਿਹੜੇ ਕੋਈ ਲੋੜਵੰਦ ਗਰੀਬ ਸਨ, ਹਜੂਰ ਨੇ ਬਹੁਤ ਸਾਰਾ ਦਾਨ ਉਹਨਾਂ ਦੀ ਝੋਲੀ ਵਿੱਚ ਪਾ ਕਰਕੇ ਮਹਾਰਾਜ ਸਾਹਿਬ ਜੀ ਨੇ ਤਿੰਨਾਂ ਨੂੰ ਨਿਹਾਲ ਕੀਤਾ। ਇਹ ਸਾਧ ਸੰਗਤ ਜੀ ਭਾਰੀ ਉਤਸਵ ਦੋ ਥਾਵਾਂ ਤੇ ਹੋਇਆ, ਕੀਰਤਪੁਰ ਸਾਹਿਬ ਦੀ ਧਰਤੀ ਤੇ ਦੂਸਰਾ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਅਵਤਾਰ ਧਾਰਨੇ ਦਾ ਭਾਰੀ ਉਤਸਵ ਤੇ ਬੜੇ ਚਾਅ ਉਤਸ਼ਾਹ ਦੇ ਨਾਲ ਸੰਗਤਾਂ ਨੇ ਮਨਾਉਣਾ ਦੋ ਥਾਵਾਂ ਤੇ ਵਿਸ਼ੇਸ਼ ਕਰਕੇ ਮਨਾਇਆ ਗਿਆ ਸੀ। ਤੇ ਬਾਬਾ ਗੁਰਦਿੱਤਾ ਜੀ ਨੇ ਸਾਧ ਸੰਗਤ ਜੀ ਸਾਹਿਬਜ਼ਾਦਾ ਜੀ ਦਾ ਨਾਮ ਰੱਖਣ ਦੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਿੱਖ ਨੂੰ ਭੇਜਿਆ ਸੀ, ਬੇਨਤੀ ਕਰੋ ਜਾ ਕਰਕੇ। ਅੰਤਰਜਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਸਤਿਗੁਰੂ ਜੀ ਹਜੂਰ ਆਉਣ ਵਾਲੇ ਸਮੇਂ ਦਾ ਜਾਣਦੇ ਹਨ ਕਿ ਸਾਡੇ ਪੋਤਰੇ ਨੇ ਆਉਣ ਵਾਲੇ ਸਮੇਂ ਵਿੱਚ ਗੁਰਿਆਈ ਦੀ ਦਾਤ ਪ੍ਰਾਪਤ ਕਰਨੀ ਹੈ। ਇਹ ਗੁਰਤਾ ਦੇ ਤਿਲਕ ਦਾ ਜੋ ਪ੍ਰਾਪਤੀ ਕਰਨੀ ਹੈ, ਗੁਰਤਾ ਗੱਦੀ ਦੇ ਤਖਤ ਤੇ ਬੈਠਣਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਪਹਿਲਾਂ ਹੀ ਜਾਣਦੇ ਸਨ, ਔਰ ਹਜੂਰ ਨੇ ਸ੍ਰੀ ਹਰਿਰਾਏ ਜੀ ਨਾਮ ਰੱਖਿਆ। ਸਾਧ ਸੰਗਤ ਜੀ ਇਤਿਹਾਸ ਅੰਦਰ ਜ਼ਿਕਰ ਆਉਂਦਾ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ, ਆਕਾਸ਼ ਵਿੱਚੋਂ ਸੰਖ ਪੂਜਣ ਦੀ ਜਿਹੜੀ ਆਵਾਜ਼ ਆ ਰਹੀ ਸੀ,
ਫਿਰ ਫੁੱਲਾਂ ਦੀ ਵਰਸਣ ਦੀ ਸਾਧ ਸੰਗਤ ਜੀ ਵਰਖਾ ਹੋ ਰਹੀ ਸੀ। ਇਤਰ ਆਦਿਕ ਬੜੇ ਖੁਸ਼ਬੂਦਾਰ ਬਹੁਤ ਹੀ ਜਿਹੜੀ ਸਾਧ ਸੰਗਤ ਜੀ ਸੁਗੰਧੀ ਆ ਰਹੀ ਸੀ। ਲੋਕਾਂ ਦੇ ਮਨਾਂ ਵਿੱਚ ਹਰ ਇੱਕ ਦੇ ਮਨ ਅੰਦਰ ਬੜਾ ਖੁਸ਼ੀ ਤੇ ਉਤਸ਼ਾਹ ਪੈਦਾ ਹੋ ਰਿਹਾ ਸੀ। ਪਰ ਇਹ ਨਹੀਂ ਸੀ ਪਤਾ ਚੱਲ ਰਿਹਾ ਕਿ ਖੁਸ਼ੀ ਕਾਹਦੀ ਹੈ, ਕਾਹਦਾ ਸਾਡੇ ਮਨਾਂ ਵਿੱਚ ਉਤਸ਼ਾਹ ਪੈਦਾ ਹੋ ਰਿਹਾ ਹੈ। ਜਿਸ ਸਮੇਂ ਕੀਰਤਪੁਰ ਸਾਹਿਬ ਸਭ ਥਾਵਾਂ ਤੇ ਪਤਾ ਲੱਗ ਗਿਆ, ਨਗਰ ਦੇ ਅੰਦਰ ਸਭ ਲੋਕ ਮਿਲ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਆ ਕੇ ਵਧਾਈਆਂ ਦਿੰਦੇ ਹਨ। ਮਾਤਾ ਨਿਹਾਲ ਕੌਰ ਜੀ ਨੂੰ ਆ ਕਰਕੇ ਬੀਬੀਆਂ ਵੀ ਵਧਾਈਆਂ ਦਿੰਦੀਆਂ ਕਿ ਆਪ ਦੇ ਘਰ ਵਿੱਚ ਸਾਹਿਬਜ਼ਾਦੇ ਦਾ ਆਗਮਨ ਹੋਇਆ ਹੈ। ਤੇ ਸਾਧ ਸੰਗਤ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਗਰੀਬ ਨਵਾਜ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਦੇ ਭਾਵੇਂ ਛੋਟੀ ਜਿਹੀ ਆਰਬਲ ਹੈ, ਪਰ ਰੱਬੀ ਗੁਣਾਂ ਦੇ ਨਾਲ ਸ਼ੁਭ ਗੁਣਾਂ ਦਾ ਖਜ਼ਾਨਾ ਧੁਰੋਂ ਹੀ ਪ੍ਰਮਾਤਮਾ ਨੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਖਜ਼ਾਨਾ ਪਾਇਆ ਹੋਇਆ ਸੀ। ਜਿਵੇਂ ਬਾਲਕ ਅਵਸਥਾ ਦੇ ਵਿੱਚ ਬੱਚਿਆਂ ਦਾ ਸੁਭਾਅ ਹੁੰਦਾ ਚੰਚਲਤਾ ਵਾਲਾ, ਦੁਨਿਆਵੀ ਖੇਡਾਂ ਖੇਡਣ ਵਾਲਾ, ਪਰ ਮਹਾਰਾਜ ਸੱਚੇ ਪਾਤਸ਼ਾਹੀ ਦਾ ਨਾ ਤਾਂ ਚੰਚਲਤਾ ਵਾਲਾ ਸੁਭਾਅ, ਨਾ ਦੁਨਿਆਵੀ ਬੱਚਿਆਂ ਦੀ ਤਰ੍ਹਾਂ ਦੁਨੀਆ ਦੀਆਂ ਖੇਡਾਂ ਖੇਡਣ ਵਾਲਾ ਸੁਭਾਅ ਹੈ। ਸਗੋਂ ਮਾਤਾ ਪਿਤਾ ਜਦੋਂ ਕੋਈ ਬੜੀ ਸਿਆਣੀ ਦੇ ਨਾਲ ਕੋਈ ਵਿਚਾਰ ਕੋਈ ਗੱਲਬਾਤ ਕਰਦੇ, ਉਹਨਾਂ ਦੇ ਕੋਲ ਜਾ ਕਰਕੇ ਉਹ ਵਿਚਾਰ ਨੂੰ ਸੁਣਨ ਵਾਲਾ ਸੁਭਾਅ ਸੀਗਾ। ਤੇ ਜੇ ਕਿਧਰੇ ਹੋਰ ਜਿਹੜੇ ਬੱਚੇ ਕੋਈ ਸਾਧ ਸੰਗਤ ਜੀ ਦੁਨਿਆਵੀ ਖੇਡਾਂ ਖੇਡਦੇ ਹਨ, ਪਰ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਸੁਭਾਅ ਸੀ, ਜੇ ਕਿਤੇ ਕੋਈ ਬੰਦਗੀ ਕਰਨ ਵਾਲੇ ਸੰਤ ਮਹਾਂਪੁਰਖ ਚੱਲ ਕੇ ਆਉਂਦੇ ਜਾਂ ਕੋਈ ਵੱਡੇ ਸਤਿਗੁਰਾਂ ਦੀ ਕਥਾ ਕਹਾਣੀ ਕੋਈ ਜੀਵਨ ਕੌਤਕ ਕਹਿ ਕਰਕੇ ਸੁਣਾ ਰਿਹਾ ਹੁੰਦਾ, ਉੱਥੇ ਵਿਸ਼ੇਸ਼ ਕਰਕੇ ਜਾ ਕੇ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ। ਭਾਵੇਂ ਆਰਬਲਾ ਕਰਕੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੇ ਹੈ, ਪਰ ਹਜੂਰ ਦਾ ਸੁਭਾਅ ਔਰ ਸ਼ੁਭ ਗੁਣਾਂ ਦੇ ਨਾਲ ਹਿਰਦਾ ਜਿਹੜਾ ਸੀ ਖਜ਼ਾਨਾ ਸਾਧ ਸੰਗਤ ਭਰਿਆ ਹੋਇਆ ਸੀ। ਰਾਈ ਮਾਤਰ ਵੀ ਮਨ ਦੇ ਅੰਦਰ ਚੰਚਲਤਾਈ ਨਹੀਂ ਸੀ ਦੁਨਿਆਵੀ ਬੱਚਿਆਂ ਦੀ ਤਰ੍ਹਾਂ। ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਸਤਿਗੁਰੂ ਜੀ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਾਗ ਦੇ ਵਿੱਚ ਸੈਰ ਕਰਦੇ ਹੋ ਜਾ ਰਹੇ ਸਨ। ਤੇ ਹਜੂਰ ਤਾਂ ਪਹਿਲਾਂ ਅੱਗੇ ਚਲੇ ਗਏ ਸਿੱਖਾਂ ਦੇ ਸਹਿਤ ਹੋ ਕਰਕੇ, ਤੇ ਸ੍ਰੀ ਹਰਿਰਾਜ ਸਾਹਿਬ ਜੀ ਮਹਾਰਾਜ ਪਿੱਛੇ ਪਿੱਛੇ ਤੁਰੇ ਜਾ ਰਹੇ। ਕੁਝ ਵਿੱਥ ਤੇ ਰਹਿ ਗਏ ਸਨ। 100 ਕਲੀਆਂ ਵਾਲਾ ਲੰਮਾ ਸਾਰਾ ਸਾਧ ਸੰਗਤ ਜੀ, ਬੜਾ ਸੋਹਣਾ ਤੇ ਮਖਮਲੀ ਕਪੜਾ ਜਿਹੜਾ ਸੀ ਨਾ ਜਾਮਾ ਮਹਾਰਾਜ ਸਾਹਿਬ ਜੀ ਨੇ ਗਲ ਵਿੱਚ ਪਹਿਨਿਆ ਹੋਇਆ, ਔਰ ਗਰੀਬ ਨਵਾਜ ਹਜੂਰ ਨੇ ਸੁੰਦਰ ਕਢਾਈ ਵਾਲਾ ਜੋ ਹਜੂਰੀਆ ਸੀ ਸਾਧ ਸੰਗਤ ਜੀ, ਉਹ ਵੀ ਆਪਣੇ ਗਲ ਦੇ ਵਿੱਚ ਪਹਿਨਿਆ ਹੋਇਆ। ਤੇ ਸਤਿਗੁਰੂ ਜੀ ਦੇ ਨਾਲ ਇੱਕ ਦਾਸ ਸਿੱਖ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਸੀ। ਹਜੂਰ ਜਿਸ ਬਾਗ ਦੇ ਵਿੱਚੋਂ ਲੰਘ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਫੁੱਲ ਦੇਖਿਆ ਕਿ ਬੜਾ ਹੀ ਸੋਹਣਾ ਬੜਾ ਸੁਹਾਪਣ ਹੀ ਉਸ ਕੋਲ ਤੇ ਬੜਾ ਸੁਗੰਧੀ ਵਾਲਾ। ਬੜੇ ਗੌਰ ਦੇ ਨਾਲ ਨਿਗਾਹ ਭਰ ਕੇ ਮਹਾਰਾਜ ਜੀ ਨੇ ਉਸ ਫੁੱਲ ਦੇ ਵੱਲ ਤੱਕਿਆ। ਫਿਰ ਉਸ ਫੁੱਲ ਦੀ ਸ਼ੋਭਾ ਵੀ ਕੀਤੀ ਕਿ ਕਿੰਨਾ ਸੋਹਣਾ ਹੈ, ਪਰਮਾਤਮਾ ਨੇ ਕਿੰਨਾ ਇਸ ਨੂੰ ਸੁਹਾਪਣ ਦਿੱਤਾ ਹੈ, ਕਿੰਨੀ ਇਹਦੇ ਵਿੱਚ ਸੁੰਦਰਤਾ ਹੈ, ਮਨ ਨੂੰ ਮੋਹ ਲੈਣ ਵਾਲਾ ਇਹ ਫੁੱਲ ਹੈ। ਜਦੋਂ ਇਹ ਮਾਲਾ ਦੇ ਵਿੱਚ ਪਰੋ ਕਰਕੇ ਇਹਨੂੰ ਸਾਧ ਤਿਆਰ ਕੀਤਾ ਜਾਵੇਗਾ, ਸਿੱਖੋ ਕਿੰਨਾ ਸੋਹਣਾ ਲੱਗੇਗਾ। ਮਹਾਰਾਜ ਉਹਦੀ ਸ਼ੋਭਾ ਕਰਕੇ ਅੱਗੇ ਲੰਘ ਗਏ ਤੇ ਪਿੱਛੇ ਪਿੱਛੇ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਕਾਹਲੀ ਦੇ ਨਾਲ ਤੁਰੇ ਜਾ ਰਹੇ ਨੇ ਕਿ ਦਾਦਾ ਸਤਿਗੁਰੂ ਜੀ ਨਾਲ ਜਾ ਕਰਕੇ ਮਿਲਿਆ ਜਾਵੇ। ਹਵਾ ਦੇ ਵੇਗ ਕਰਕੇ ਸਾਧ ਸੰਗਤ ਜੀ ਜਾਮਾ ਉੱਡਿਆ ਤੇ ਫੁੱਲ ਦੇ ਨਾਲ ਲੱਗਣੇ ਕਰਕੇ ਟਾਹਣੀ ਨਾਲ ਫੁੱਲ ਟੁੱਟ ਕੇ ਧਰਤੀ ਤੇ ਡਿੱਗ ਪਿਆ ਸੀ। ਤੇ ਜਦੋਂ ਬਾਗ ਦੇ ਵਿੱਚ ਗਾਂਹ ਜਾ ਕਰਕੇ ਸਤਿਗੁਰੂ ਜੀ ਕੋਈ ਸਮਾਂ ਉੱਥੇ ਬੈਠੇ ਹਨ, ਫਿਰ ਜਦੋਂ ਵਾਪਸ ਜਾ ਰਹੇ ਨੇ ਉਹ ਟੁੱਟਾ ਹੋਇਆ ਫੁੱਲ ਧਰਤੀ ਤੇ ਡਿੱਗਾ ਨਜ਼ਰ ਆ ਰਿਹਾ ਹੈ। ਇਉਂ ਮੰਨ ਲਓ ਕਿ ਜਿਵੇਂ ਬੇਜ਼ੁਬਾਨਾ ਉਸ ਸਮੇਂ ਮਝੂਰਦਾ ਹੋਇਆ ਭਾਵ ਜਿਹੜਾ ਉਸ ਸਮੇਂ ਸਾਧ ਸੰਗਤ ਜੀ ਨੇਸ ਤੋਂ ਨਾਬੂਦ ਹੁੰਦਾ ਹੋ ਰਿਹਾ ਸੀ, ਉਹ ਬੇਜ਼ੁਬਾਨਾ ਮਹਾਰਾਜ ਦੇ ਵੱਲ ਤੱਕ ਕਰਕੇ ਜਿਵੇਂ ਆਖ ਰਿਹਾ ਹੋਵੇ ਕਿ ਮੈਂ ਹੁਣ ਟੁੱਟ ਕਰਕੇ ਧਰਤੀ ਤੇ ਡਿੱਗ ਪਿਆ, ਮੇਰਾ ਸੁਹਾਪਣ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਹੈ।
ਇਸ ਪ੍ਰਕਾਰ ਸੁਗੰਧੀ ਤੋਂ ਮੇਰੇ ਕੋਲ ਹੁਣ ਦੁਰਗੰਧੀ ਆਉਣੀ ਸ਼ੁਰੂ ਹੋ ਜਾਵੇਗੀ। ਜਿਵੇਂ ਬੇਜ਼ੁਬਾਨਾਂ ਕੋਈ ਆਪਣਾ ਦੁੱਖ ਸੁਣਾਉਂਦਾ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਵੱਲ ਤੱਕ ਰਿਹਾ ਹੈ। ਅੰਤਰਜਾਮੀ ਸਤਿਗੁਰੂ ਜੀ ਨੇ ਟੁੱਟੇ ਹੋਏ ਫੁੱਲ ਦੇ ਵੱਲ ਦੇਖ ਕਰਕੇ ਸਿੱਖਾਂ ਨੂੰ ਪੁੱਛਿਆ ਕਿ ਇਹ ਫੁੱਲ ਦੀ ਅਸੀਂ ਸ਼ੋਭਾ ਕਰਕੇ ਜਾ ਰਹੇ ਸਾਂ, ਗੁਣ ਗਾਉਂਦੇ ਹੋਏ ਜਾ ਰਹੇ ਸਾਂ, ਤੇ ਫੁੱਲ ਕਿਵੇਂ ਟੁੱਟ ਕੇ ਧਰਤੀ 'ਤੇ ਡਿੱਗਾ। ਤੇ ਕਿਸੇ ਵੀ ਸਿੱਖ ਨੂੰ ਪਤਾ ਨਹੀਂ ਸੀ, ਪਰ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਦੇ ਨਾਲ ਜੋ ਦਾਸ ਸਿੱਖ ਜਾ ਰਿਹਾ ਸੀ, ਉਹਨੂੰ ਪਤਾ ਸੀ, ਪਿੱਛੇ ਪਿੱਛੇ ਤੁਰੇ ਆ ਰਿਹਾ ਸੀ। ਹੱਥ ਜੋੜ ਕੇ ਬੇਨਤੀ ਕੀਤੀ, ਹੈ ਦਾਤਾ ਸਤਿਗੁਰੂ ਜੀ, ਮਹਾਰਾਜ ਆਪ ਜੀ ਦੇ ਪੋਤਰੇ ਸਾਹਿਬਜ਼ਾਦਾ ਜੀ ਸ੍ਰੀ ਹਰਿਰਾਜ ਜੀ ਦੇ ਮਹਾਰਾਜ ਇਹ ਜਾਮੇ ਦੇ ਨਾਲ ਲੱਗਣੇ ਕਰਕੇ ਫੁੱਲ ਟੁੱਟ ਕਰਕੇ ਧਰਤੀ 'ਤੇ ਡਿੱਗਾ ਹੈ। ਤੇ ਹਜ਼ੂਰ ਨੇ ਫਿਰ ਸਾਧ ਸੰਗਤ ਜੀ ਤਾੜਨਾ ਭਰੇ ਬਚਨ ਕਹੇ, ਕਹਿਣ ਲੱਗੇ, ਜੇ ਵੱਡਾ ਜਾਮਾ ਪਹਿਨਣੇ ਦਾ ਤੁਹਾਨੂੰ ਸ਼ੌਕ ਹੈ, ਤੁਹਾਡੀ ਇੱਛਾ ਹੈ, ਫਿਰ ਇਹਨੂੰ ਸਾਂਭਣ ਦਾ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਨੂੰ ਸਾਂਭ ਕਰਕੇ ਰੱਖਣਾ ਕਰੋ। ਭਾਵ ਆਉਣ ਵਾਲੇ ਸਮੇਂ ਦੇ ਮਹਾਰਾਜ ਸਾਹਿਬ ਜੀ ਨੇ ਜੋ ਬਚਨ ਕਹੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਆਪ ਜੀ ਨੇ ਗੁਰਤਾ ਗੱਦੀ ਦੇ ਤਖਤ 'ਤੇ ਬੈਠਣਾ ਹੈ। ਜੋ ਟੁੱਟਿਆ ਹੋਇਆ ਨੂੰ ਜੋੜਨ ਵਾਲਾ ਤੁਸਾਂ ਨੇ ਸੁਭਾਅ ਬਣਾ ਕਰਕੇ ਰੱਖਣਾ ਹੈ। ਕਦੇ ਜੁੜਿਆ ਹੋਇਆ ਨੂੰ ਟੁੱਟਣ ਵਾਲਾ, ਤੋੜਨ ਵਾਲਾ ਸੁਭਾਅ ਨਹੀਂ ਆਪਣੇ ਅੰਦਰ ਧਾਰਨ ਕਰਨਾ। ਮਹਾਰਾਜ ਜੀ ਨੇ ਅਸਲ ਦੇ ਵਿੱਚ ਭਵਿੱਖਤ ਬਚਨ ਕਹੇ ਸਨ ਕਿ ਗੁਰਿਆਈ ਦੀ ਆਪ ਜੀ ਨੂੰ ਪ੍ਰਾਪਤੀ ਹੋਣੀ ਹੈ। ਮਨ ਦੇ ਅੰਦਰ ਸਾਧ ਸੰਗਤ ਜੀ ਬਹੁਤ ਜ਼ਿਆਦਾ ਫਿਰ ਸਤਿਗੁਰੂ ਜੀ ਤੋਂ ਖਿਮਾ ਮੰਗ ਕਰਕੇ ਬਹੁਤ ਮਹਿਸੂਸ ਕੀਤਾ। ਇੰਨੀ ਜ਼ਿਆਦਾ ਹਿਰਦੇ ਦੀ ਕੋਮਲਤਾ ਦੇਖ ਕਰਕੇ ਮਨ ਜਿਹੜਾ ਸੀ ਸਤਿਗੁਰੂ ਜੀ ਦਾ ਦਰਬ ਗਿਆ। ਤੇ ਸਾਧ ਸੰਗਤ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਗਰੀਬ ਨਵਾਜ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਸ਼ਰਨ ਵਿੱਚ ਜਿੱਦਾਂ ਦੀ ਕੋਈ ਭਾਵਨਾ ਲੈ ਕਰਕੇ ਮਹਾਰਾਜ ਜੀ ਦੇ ਪਾਸ ਚੱਲ ਕੇ ਆਉਂਦਾ ਹੈ, ਸਤਿਗੁਰੂ ਜੀ ਬਿਨਾਂ ਦੇਰੀ ਤੋਂ ਜੀਵ ਦੀ ਕਿਰਪਾ ਕਰ ਦਿੰਦੇ, ਬਖਸ਼ਿਸ਼ਾਂ ਕਰ ਦਿੰਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਗਿਆ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕੀਤਾ। ਭਾਵੇਂ ਸਤਿਗੁਰੂ ਜੀ ਦੇ ਸਾਧ ਸੰਗਤ ਜੀ ਪੰਜ ਸਾਹਿਬਜ਼ਾਦੇ ਹਨ। ਸਭ ਤੋਂ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਟਲ ਰਾਏ ਜੀ। ਸਭ ਤੋਂ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਪਰ ਜੋ ਗੁਰਿਆਈ ਦਾ ਤਿਲਕ ਸੀ ਨਾ, ਜੋ ਗੁਰਤਾ ਗੱਦੀ ਦੀ ਦਾਤ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਸੀ। ਔਰ ਇਤਿਹਾਸ ਅੰਦਰ ਜ਼ਿਕਰ ਆਇਆ ਕਿ ਗਰੀਬ ਨਵਾਜ ਸਤਿਗੁਰੂ ਜੀ ਦਾ ਐਸਾ ਸੁਭਾਅ ਕਿ ਬ੍ਰਾਹਮਣ ਦਾ ਪੁੱਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਉਂਦਾ ਕੀਤਾ ਹੈ। ਉਹਦਾ ਵੈਰਾਗ ਦੇਖ ਕਰਕੇ ਮਹਾਰਾਜ ਸਾਹਿਬ ਜੀ ਤੋਂ ਜਰਿਆ ਨਹੀਂ ਸੀ ਜਾਂਦਾ। ਔਰ ਐਸੇ ਮਰਜ਼ਾਦਾ ਪੁਰਸ਼ੋਤਮ ਹਨ ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ। ਹਜ਼ੂਰ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਜਿਸ ਸਮੇਂ ਦਿੱਲੀ ਦੇ ਵਿੱਚ ਗਏ ਔਰੰਗਜ਼ੇਬ ਦੇ ਪਾਸ, ਜੇਕਰ ਆਉਂਦਾ ਇਤਿਹਾਸ ਵਿੱਚ ਕਿ 72 ਕਲਾਂ ਜਾ ਕਰਕੇ ਦਿਖਾਈਆਂ ਸਨ। ਕਦੇ ਕਿਸੇ ਪ੍ਰਕਾਰ ਦੀ ਸ਼ਕਤੀ, ਕਦੇ ਕਿਸੇ ਪ੍ਰਕਾਰ ਦੀ ਸ਼ਕਤੀ। ਜਦੋਂ ਵੀ ਔਰੰਗਾ ਮਨ ਦੇ ਵਿੱਚ ਕੋਈ ਸ਼ੰਕਾ ਕਰਦਾ ਜਾਂ ਕੋਈ ਸਵਾਲ ਕਰਦਾ ਸੀ, ਉਸੇ ਸਮੇਂ ਉਹਨੂੰ ਜਵਾਬ ਦੇਣ ਦੇ ਵਾਸਤੇ, ਉਹਦੇ ਸ਼ੰਕਿਆਂ ਨੂੰ ਦੂਰ ਕਰਨ ਦੇ ਵਾਸਤੇ ਸ਼ਕਤੀ ਦੇ ਨਾਲ ਕੋਈ ਨਾ ਕੋਈ ਕਰਤੱਵ ਦਿਖਾ ਦਿੰਦੇ ਸਨ। ਪਰ ਜਦੋਂ ਵੱਡੇ ਸਤਿਗੁਰਾਂ ਦੀ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ, ਮੁਸਲਮਾਨ ਦੀ ਥਾਂ 'ਤੇ ਬੇਈਮਾਨ ਸ਼ਬਦ ਉਚਾਰਨ ਕਰ ਦਿੱਤਾ ਕਿ ਸਤਿਗੁਰਾਂ ਨੂੰ ਭੁਲੇਖਾ ਲੱਗ ਗਿਆ ਹੋਵੇਗਾ। ਤੇ ਸਾਧ ਸੰਗਤ ਜੀ, ਜਦੋਂ ਮਹਾਰਾਜ ਪਿਤਾ ਸਤਿਗੁਰੂ ਜੀ ਨੂੰ ਇਹ ਪਤਾ ਲੱਗਾ ਨਾ, ਸੰਗਤ ਨੇ ਲਿਖ ਕਰਕੇ ਭੇਜਿਆ ਤੇ ਹਜ਼ੂਰ ਨੇ ਬਚਨ ਕਰ ਦਿੱਤਾ ਸੀ ਕਿ ਭਾਵੇਂ ਸਾਡਾ ਹੀ ਸਾਹਿਬਜ਼ਾਦਾ ਸੰਗਤ ਜੀ ਤੁਸਾਂ ਨੇ ਇਹਨੂੰ ਮੂੰਹ ਨਹੀਂ ਲਾਉਣਾ, ਨਾ ਸਾਡੇ ਮੱਥੇ ਲੱਗੇ, ਜਿੱਧਰ ਇਹਦਾ ਮੂੰਹ ਉੱਧਰ ਹੀ ਚਲਾ ਜਾਵੇ। ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਜਿਸ ਔਰੰਗਜ਼ੇਬ ਦੀ ਖੁਸ਼ਾਮਦ ਦੇ ਵਾਸਤੇ ਵੱਡੇ ਸਤਿਗੁਰਾਂ ਦੀ ਪੰਕਤੀ, ਗੁਰਬਾਣੀ ਦੀ ਪੰਕਤੀ ਬਦਲ ਦਿੱਤੀ ਹੈ, ਇਹ ਉਸ ਬਾਦਸ਼ਾਹ ਦੇ ਕੋਲ ਉੱਧਰ ਹੀ ਚਲਾ ਜਾਵੇ, ਸਾਡੇ ਮੱਥੇ ਨਾ ਲੱਗੇ। ਐਸੇ ਮਰਜ਼ਾਦਾ ਪੁਰਸ਼ੋਤਮ ਵੱਡੇ ਸਤਿਗੁਰਾਂ ਦੀ ਗੁਰਬਾਣੀ ਦਾ ਕਿੰਨਾ ਭੈ ਤੇ ਅਦਬ, ਕਿੰਨਾ ਸਤਿਕਾਰ ਮਹਾਰਾਜ ਸਾਹਿਬ ਜੀ ਨੇ ਰੱਖਿਆ ਹੈ। ਔਰ ਸਤਿਗੁਰੂ ਜੀ ਐਸਾ ਗੁਰਬਾਣੀ ਦਾ ਭੈ
ਅਤੇ ਸਾਧ ਸੰਗਤ ਜੀ ਅਦਬ ਕਰਦੇ ਹਨ। ਜਿਸ ਪ੍ਰਥਾਏ ਇਤਿਹਾਸ ਅੰਦਰ ਬਚਨ ਆਉਂਦੇ ਆ, ਜਿਨ ਪੈ ਅਦਬ ਨ ਬਾਨੀ ਧਾਰਾ, ਜਾਨਹੁ ਸੋ ਸਿੱਖ ਨਹੀਂ ਹਮਾਰਾ। ਜੋ ਗੁਰ ਸਿੱਖ ਗੁਰਬਾਣੀ ਪੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਇਹ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੇ ਅਟਲ ਬਚਨ ਹਨ। ਸਾਧ ਸੰਗਤ ਜੀ, ਮਹਾਰਾਜ ਇੱਕ ਸਮੇਂ ਪਲੰਗ ਦੇ ਉੱਪਰ ਬਿਰਾਜੇ ਹਨ ਤੇ ਕਾਬਲ ਦੇਸ਼ ਤੋਂ ਸਿੱਖ ਸੰਗਤਾਂ ਗੁਰਬਾਣੀ ਦਾ ਕੀਰਤਨ ਜਸ ਕਰਦੀਆਂ ਹੋਈਆਂ ਆ ਰਹੀਆਂ ਨੇ। ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੀ ਕੰਨਾਂ ਵਿੱਚ ਆਵਾਜ਼ ਪਈ ਕਿ ਸੰਗਤਾਂ ਕੀਰਤਨ ਕਰਦੇ ਹੋਏ ਆ ਰਹੀਆਂ। ਭਾਵੇਂ ਬਿਰਾਜੀ ਸਨ, ਕਾਹਲੀ ਦੇ ਨਾਲ ਮਹਾਰਾਜ ਪਲੰਗ ਤੋਂ ਉੱਠੇ ਨੇ। ਹਜ਼ੂਰ ਦੇ ਗੋਡੇ ਤੇ ਚੋਟ ਲੱਗ ਗਈ। ਸਿੱਖ ਬੜੇ ਹੈਰਾਨ ਹੋ ਕੇ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਆਪ ਜੀ ਨੇ ਕਾਹਲੀ ਕਿਉਂ ਕੀਤੀ ਹੈ? ਹਜ਼ੂਰ ਕਹਿਣ ਲੱਗੇ, ਸਿੱਖੋ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਹੋਈਆਂ ਆ ਰਹੀਆਂ ਸਨ, ਇਸ ਕਰਕੇ ਅਸੀਂ ਕਾਹਲੀ ਦੇ ਨਾਲ ਸਤਿਕਾਰ ਵਜੋਂ ਉੱਠੇ ਕਿ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਆ ਰਹੀਆਂ ਹਨ। ਮਹਾਰਾਜ ਨੇ ਕਿੰਨਾ ਸਤਿਕਾਰ ਕੀਤਾ ਹੈ ਤੇ ਕਹਿਣ ਲੱਗੇ, ਹੈ ਸਤਿਗੁਰੂ ਜੀ, ਆਪ ਜੀ ਗੁਰੂ ਸਰੂਪ ਹੋ, ਇੰਨਾ ਸਤਿਕਾਰ, ਇੰਨਾ ਕਾਹਲੀ ਕੀਤੀ। ਤੇ ਮਹਾਰਾਜ ਕਹਿਣ ਲੱਗੇ, ਸਿੱਖੋ ਜੇ ਅਸੀਂ ਗੁਰਬਾਣੀ ਦਾ ਸਤਿਕਾਰ ਨਹੀਂ ਕਰਾਂਗੇ ਤੇ ਫਿਰ ਤੁਸਾਂ ਨੇ ਕਿੱਥੋਂ ਕਰਨਾ? ਜੇ ਅਸੀਂ ਭੈ ਕਰਾਂਗੇ, ਅਦਬ ਕਰਾਂਗੇ ਵੱਡੇ ਸਤਿਗੁਰਾਂ ਦੀ ਪਾਵਨ ਬਾਣੀ ਦਾ, ਫਿਰ ਆਉਣ ਵਾਲੇ ਸਮੇਂ ਵੀ ਸਾਡੇ ਸਿੱਖ ਵੀ ਕਰਿਆ ਕਰਨਗੇ। ਇਸ ਲਈ ਆਪ ਜੀ ਨੂੰ ਵੀ ਮਹਾਰਾਜ ਕਹਿੰਦੇ ਅਸੀਂ ਉਪਦੇਸ਼ ਦਿੰਦੇ ਆ, ਸਾਡਾ ਵਚਨ ਸਤ ਕਰਕੇ ਜਾਣੋ ਕਿ ਜਿਨ ਪੈ ਅਦਬ ਨ ਬਾਨੀ ਧਾਰਾ, ਜਨ ਹਸੋ ਸਿੱਖ ਨਹੀਂ ਹਮਾਰਾ। ਉਹ ਜਾਣੋ ਕਿ ਸਾਡਾ ਸਿੱਖ ਹੀ ਨਹੀਂ ਜਿਹੜਾ ਗੁਰਬਾਣੀ ਦਾ ਅਦਬ ਨਹੀਂ ਕਰਦਾ, ਸਤਿਕਾਰ ਨਹੀਂ ਕਰਦਾ। ਜੋ ਗੁਰਬਾਣੀ ਦਾ ਨਿਰਾਦਰ ਕਰਦਾ ਹੈ ਨਾ, ਮਹਾਰਾਜ ਦੀ ਬਾਣੀ ਦਾ ਸਤਿਕਾਰ ਨਹੀਂ ਕਰਦਾ, ਉਹ ਜਾਣੋ ਕਿ ਸਾਡਾ ਸਿੱਖ ਹੀ ਨਹੀਂ ਹੈ। ਭਾਵੇਂ ਬਹੁਤ ਦਾਅਵੇ ਕਰੇ ਜਾਵੇ ਕਿ ਮੈਂ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਸਿੱਖ ਹਾਂ, ਪਰ ਗੁਰੂ ਹਰਿਰਾਜ ਸਾਹਿਬ ਮਹਾਰਾਜ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਜੋ ਗੁਰਬਾਣੀ ਦਾ ਸਤਿਕਾਰ, ਅਦਬ, ਭੈ ਤੇ ਪ੍ਰੇਮ ਨਹੀਂ ਧਾਰਨ ਕਰਦਾ। ਔਰ ਜੋ ਭੈ ਤੇ ਅਦਬ ਕਰਦਾ ਹੈ, ਉਹਨੂੰ ਦੁਨੀਆ ਦੇ ਬਹੁਤੇ ਫਿਰ ਸਾਧਨ ਵੀ ਸਾਧਨੇ ਨਹੀਂ ਪੈਂਦੇ। ਜੋ ਸਿੱਖ ਗੁਰਬਾਣੀ ਪੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਬਿਨਾਂ ਯਤਨ ਕੀਤਿਆਂ ਉਹ ਭੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ। ਉਹਨੂੰ ਸੰਸਾਰ ਸਮੁੰਦਰ ਦੇ ਵਿੱਚ ਬਾਰ-ਬਾਰ ਡੁੱਬਣਾ ਨਹੀਂ ਪਵੇਗਾ, ਉਹ ਸੁਭਾਵਕ ਹੀ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਵੇਗਾ। ਇਹ ਸਤਿਗੁਰੂ ਜੀ ਨੇ ਸਾਧ ਸੰਗਤ ਸਾਨੂੰ ਉਪਦੇਸ਼ ਦਿੱਤਾ ਹੈ ਔਰ ਇਸ ਸਿੱਖਿਆ ਤੋਂ ਸਾਨੂੰ ਵੀ ਜੀਵਨ ਦੇ ਅੰਦਰ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਅਸੀਂ ਬਹੁਤ ਭੁੱਲਾਂ ਕਰਦੇ ਹਾਂ। ਗੁਰਬਾਣੀ ਦਾ ਸਾਡੇ ਤੋਂ ਵੀ ਬੜਾ ਭਾਰੀ ਨਿਰਾਦਰ ਹੁੰਦਾ ਹੈ। ਬੇਸਮਝ ਹੋਣੇ ਕਰਕੇ, ਨਾ ਪਤਾ ਹੋਣੇ ਕਰਕੇ ਕਈ ਵਾਰ ਅਣਜਾਣ ਵਿੱਚ ਹੀ ਸਾਧ ਸੰਗਤ ਜੀ ਸਾਡੇ ਕੋਲ ਨਿਰਾਦਰ ਹੋ ਜਾਂਦਾ ਹੈ। ਕਈ ਵਾਰ ਤਾਂ ਜਾਣ ਬੁੱਝ ਕਰਕੇ ਪਤਾ ਹੋਣ ਦੇ ਬਾਵਜੂਦ ਵੀ ਕਈ ਭੁੱਲਾਂ ਕਰੀ ਜਾਂਦੇ ਹੈ। ਅਣਜਾਣ ਹੋਣੇ ਕਰਕੇ, ਨਾ ਪਤਾ ਹੋਣੇ ਕਰਕੇ ਤਾਂ ਗੱਲ ਵੱਖਰੀ ਹੈ। ਤੋ ਸਾਧ ਸੰਗਤ ਜੀ ਇਸ ਕਰਕੇ ਗੁਰਬਾਣੀ ਦਾ ਸਤਿਕਾਰ ਕਰਨਾ, ਗੁਰਬਾਣੀ ਦਾ ਆਦਰ ਕਰਨਾ ਵੀ ਨਾਲ ਨਾਲ ਸਾਨੂੰ ਸਿੱਖਣਾ ਚਾਹੀਦਾ, ਕਿਉਂਕਿ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਗੁਰੂ ਸਰੂਪ ਹੈ, ਗੁਰੂ ਬਾਣੀ ਸਰੂਪ ਹੈ। ਤੇ ਜੇ ਸਤਿਗੁਰੂ ਜੀ ਇੱਕ ਇੱਕ ਅੱਖਰ ਬਾਣੀ ਸਰੂਪ ਹਨ ਤੇ ਫਿਰ ਮਹਾਰਾਜ ਜੀ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਆਪ ਹੀ ਸਾਨੂੰ ਵਿਚਾਰ ਲੈਣਾ ਚਾਹੀਦਾ। ਜੇ ਸਤਿਗੁਰੂ ਜੀ ਆਪ ਗੁਰੂ ਸਰੂਪ ਹੋ ਕਰਕੇ ਇੰਨਾ ਜ਼ਿਆਦਾ ਗੁਰਬਾਣੀ ਦਾ ਸਤਿਕਾਰ ਕਰਦੇ ਹਨ ਤੇ ਕੀ ਸਿੱਖ ਦਾ ਫਰਜ਼ ਨਹੀਂ ਬਣਦਾ ਗੁਰਬਾਣੀ ਦਾ ਸਤਿਕਾਰ ਕਰਨੇ ਦਾ? ਕੀ ਸਿੱਖ ਦਾ ਕੋਈ ਫਰਜ਼ ਨਹੀਂ ਹੈ ਕਿ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦਾ ਭੈ ਤੇ ਅਦਬ ਮੈਂ ਆਪਣੇ ਹਿਰਦੇ ਅੰਦਰ ਧਾਰਨ ਕਰਾਂ? ਸਤਿਗੁਰੂ ਜੀ ਬਾਣੀ ਸਰੂਪ ਹਨ। ਜੇ ਨਿਰਾਦਰ ਕਰਾਂਗਾ ਤੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਮੈਨੂੰ ਪ੍ਰਸੰਨਤਾ, ਸਤਿਗੁਰਾਂ ਦੀ ਖੁਸ਼ੀ ਨਹੀਂ ਮੈਨੂੰ ਪ੍ਰਾਪਤ ਹੋਵੇਗੀ। ਗਰੀਬ ਨਵਾਜ਼ ਸਤਿਗੁਰਾਂ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਜਾਵਾਂਗਾ। ਕਿ ਇਹ ਸਿੱਖ ਦਾ ਫਰਜ਼ ਨਹੀਂ ਬਣਦਾ? ਜ਼ਰੂਰ ਬਣਦਾ ਹੈ। ਸਾਧ ਸੰਗਤ ਜੀ ਸਾਨੂੰ ਸੇਧ ਲੈਣੀ ਚਾਹੀਦੀ ਹੈ। ਜਿੱਥੋਂ ਤੱਕ ਵੀ ਹੋ ਸਕੇ ਵੱਧ ਤੋਂ ਵੱਧ ਗੁਰਬਾਣੀ ਦਾ ਆਦਰ, ਸਤਿਕਾਰ, ਭੈ ਤੇ ਪ੍ਰੇਮ ਹਿਰਦੇ ਅੰਦਰ ਧਾਰਨ ਕਰਨਾ ਚਾਹੀਦਾ ਹੈ। ਐਸੇ ਮਰਜ਼ਾਦਾ ਪੁਰਸ਼ੋਤਮ ਧੰਨ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ ਅੱਜ ਪਾਵਨ ਆਗਮਨ ਪੁਰਬ ਹੈ, ਜਿਨ੍ਹਾਂ ਦੀ ਕਵੀ ਜਨਾਂ ਨੇ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਮਹਿਮਾ ਨੂੰ ਕਥਨ ਕੀਤਾ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੇ ਜੋ ਬਚਨ ਹਨ ਸੂਰਜ ਪ੍ਰਕਾਸ਼ ਦੇ ਅੰਦਰ,
ਕਹਿੰਦੇ ਹਨ ਸ੍ਰੀ ਸਤਿਗੁਰ ਹਰਿ ਰਾਏ ਕੋ ਨਾਮ ਧਿਆਏ ਅਗ ਜਾਏ। ਐਸੇ ਸਤਿਗੁਰੂ ਜੀ ਦਾ ਅੱਜ ਆਗਮਨ ਪੁਰਬ ਹੈ, ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਹੀ ਜੀਵ ਦੇ ਬੱਜਰ ਪਾਪ ਦੂਰ ਹੋ ਜਾਂਦੇ ਹਨ। ਕਮਾਏ ਹੋਏ ਜਿਹੜੇ ਬੱਜਰ ਪਾਪ ਹੈ ਨਾ, ਜੀਵ ਦੇ ਅਨੇਕਾਂ ਕੀਤੇ ਹੋਏ ਪਾਪ ਕਰਮ ਹਨ, ਕਵੀ ਜੀ ਕਹਿੰਦੇ ਸਤਿਗੁਰੂ ਜੀ ਦਾ ਨਾਮ ਲੈਣੇ ਮਾਤਰ ਹੀ ਉਹ ਪਾਪ ਨਸ਼ਟ ਹੋ ਜਾਂਦੇ ਹੈ। ਸ੍ਰੀ ਸਤਿਗੁਰ ਹਰਿ ਰਾਏ ਕੋ ਨਾਮ ਜਪਤ ਅਗ ਜਾਏ। ਜੋ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰ ਲੈਂਦਾ ਹੈ, ਮਹਾਰਾਜ ਜੀ ਦੇ ਚਰਨਾਂ ਤੇ ਪ੍ਰਣਾਮ ਕਰਦਾ ਹੈ, ਨਮਸਕਾਰ ਕਰਦਾ ਹੈ, ਸਤਿਗੁਰੂ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ, ਮਹਾਰਾਜ ਜੀ ਨੂੰ ਯਾਦ ਕਰਕੇ ਹਜੂਰ ਦੇ ਚਰਨਾਂ ਤੇ ਨਤਮਸਤਕ ਹੋ ਜਾਂਦਾ ਹੈ, ਉਹਦੇ ਘਰ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਸਭ ਸ਼ਕਤੀਆਂ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹਨ। ਗਰੀਬ ਨਿਵਾਜ ਕਰ ਪਦ ਕੋ ਪਰ ਪ੍ਰਣਾਮ ਕੋ, ਜੇ ਰਿੱਧ ਸਿੱਧ ਘਰ ਆਏ। ਮਹਾਰਾਜ ਕਹਿੰਦੇ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕਰਨੇ ਮਾਤਰ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਸਤਿਗੁਰੂ ਜੀ ਦਾ ਅੱਜ ਪਾਵਨ ਆਗਮਨ ਪੁਰਬ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਆਓ ਹੁਣ ਸਾਧ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰੀਏ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਅਸੀਂ ਸਰਵਣ ਕਰਦੇ ਹਾਂ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਦੇ ਨਾਲ ਇੱਕ ਵਾਰ ਸੀਸ ਝੁਕਾ ਕੇ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਕੋਇ ਨਾ ਕਿਸ ਕੀ ਸੰਗ ਕਾਹੇ ਕਰਬੀਐ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 398 ਅੰਗ ਤੇ ਪਾਵਨ ਸ਼ਬਦ ਅੰਦਰ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹੇ ਪ੍ਰਾਣਾਧਾਰੀ ਜੀਵ, ਜਿਸ ਪ੍ਰਮਾਤਮਾ ਨੂੰ ਭੁਲਾ ਕੇ ਸੰਸਾਰ ਦੇ ਅੰਦਰ ਸਰੀਰਾਂ ਦਾ, ਦੇਹਾਂ ਦਾ, ਸਖੀ ਸੰਬੰਧੀਆਂ ਦਾ, ਧਨ ਪਦਾਰਥਾਂ ਦਾ ਮਾਣ ਕਰਦਾ ਹੈ, ਗੁਮਾਨ ਕਰਦਾ ਹੈ, ਉਹਨਾਂ ਨੇ ਕਿਹੜਾ ਤੇਰੇ ਨਾਲ ਚਲੇ ਜਾਣਾ। ਮਹਾਰਾਜ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹੈ। ਹੇ ਪ੍ਰਾਣਾਧਾਰੀ ਜੀਵ, ਜਿਸ ਦਾ ਤੂੰ ਹਰ ਸਮੇਂ ਹੰਕਾਰ ਕਰਦਾ ਹੈ, ਭਾਵੇਂ ਕੁਝ ਵੀ ਹੈ ਤੇਰੇ ਜੀਵਨ ਦੇ ਅੰਦਰ, ਕਿਸੇ ਵੀ ਚੀਜ਼ ਦਾ ਤੂੰ ਗਰਵ ਕਰਦਾ ਹੈ, ਮਾਣ ਕਰਦਾ ਹੈ, ਹੰਕਾਰ ਕਰਦਾ ਹੈ, ਉਹ ਕਿਹੜਾ ਤੇਰੇ ਨਾਲ ਚਲੇ ਜਾਣਾ ਹੈ। ਗਰੀਬ ਨਵਾਜ ਹਜੂਰ ਦੇ ਗੁਰਬਾਣੀ ਅੰਦਰ ਬਚਨ ਹਨ। ਸਤਿਗੁਰੂ ਜੀ ਨੇ ਰਾਵਣ ਦੀ ਉਦਾਹਰਣ ਦੇ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਪ੍ਰਾਣਾਧਾਰੀ ਜੀਵ ਕਿ ਸੋਨੇ ਦੀ ਲੰਕਾ ਸੀ ਨਾ ਰਾਵਣ ਦੀ, ਉਹ ਕਿਹੜਾ ਨਾਲ ਲੈ ਕਰਕੇ ਚਲਾ ਗਿਆ। ਮੂਰਖ ਰਾਵਣ ਕਿਆ ਲੈ ਗਇਆ, ਲੰਕਾ ਗੜ ਸੋਨੇ ਕਾ ਪਇਆ। ਮੂਰਖ ਰਾਵਣ ਕਿਆ ਲੈ ਗਿਆ, ਕੀ ਨਾਲ ਲੈ ਕਰਕੇ ਚਲਾ ਗਿਆ। ਜਿਸ ਧਨ ਪਦਾਰਥਾਂ ਦਾ ਤੂੰ ਮਾਣ ਕਰਦਾ ਰਹਿੰਦਾ, ਹਰ ਸਮੇਂ ਗਰਵਦਾ ਰਹਿੰਦਾ, ਹੰਕਾਰ ਕਰਦਾ ਰਹਿੰਦਾ, ਉਹ ਨਾਲ ਜਾਣ ਵਾਲਾ ਨਹੀਂ ਹੈ। ਕੋਈ ਨਾ ਕਿਸ ਹੀ ਸੰਗ, ਕੋਈ ਵੀ ਕਿਸੇ ਦੇ ਨਾਲ ਜਾਂਦਾ ਨਹੀਂ। ਧਨ ਪਦਾਰਥ ਦਾ ਦੂਰ ਦੀ ਗੱਲ, ਤੇਰੇ ਸਖੇ ਸੰਬੰਧੀ, ਆਪਣੇ ਪਰਿਵਾਰ ਕੁਟੁੰਬ ਜੀਵ ਤੇਰੇ ਨਾਲ ਜਾਣੇ ਵਾਲੇ ਵੀ ਨਹੀਂ ਹਨ। ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ। ਇੱਥੋਂ ਤੱਕ ਕਿ ਤੇਰਾ ਆਪਣਾ ਸਰੀਰ ਵੀ ਨਾਲ ਜਾਣ ਵਾਲਾ ਨਹੀਂ। ਤੇ ਫਿਰ ਕਾਹੇ ਗਰਬੀ ਹੈ, ਕਾਹਦੇ ਵਾਸਤੇ ਤੂੰ ਗਰਬਦਾ ਰਹਿੰਦਾ, ਕਿਸ ਵਾਸਤੇ ਤੂੰ ਹੰਕਾਰ ਕਰਦਾ ਹੈ। ਏਕ ਨਾਮ ਆਧਾਰ। हे ਜੀਵ, ਇੱਕ ਪਰਮੇਸ਼ਰ ਦੇ ਨਾਮ ਦਾ ਆਸਰਾ ਬਣਾ। ਹੋਰ ਦੁਨੀਆ ਦੇ ਸਭ ਆਸਰੇ ਤਿਆਗ ਕੇ, ਸਭ ਸੰਸਾਰ ਦੇ ਧਨ ਪਦਾਰਥਾਂ ਦੇ, ਸਕੇ ਸੰਬੰਧੀਆਂ ਦੇ, ਜਿੰਨੇ ਵੀ ਦੁਨੀਆ ਦੇ ਸਾਧਨ ਹਨ, ਸਭ ਆਸਰੇ ਛੱਡ ਕੇ ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਲੈ। ਵਾਹਿਗੁਰੂ ਦੇ ਨਾਮ ਦਾ ਸਹਾਰਾ ਜੀਵਨ ਦੇ ਵਿੱਚ ਲੈਣਾ ਕਰ। ਭਾਵ ਜਲ ਤਰਬੀਐ। ਤਾਂ ਭੈਦਾਇਕ ਸੰਸਾਰ ਸਾਗਰ ਤੋਂ ਤਰਬੀਐ ਤਰਨਾ ਹੋਵੇਗਾ। ਤਾਂ ਸੰਸਾਰ ਸਮੁੰਦਰ ਤੋਂ ਤੇਰਾ ਤਰਨਾ ਹੋਵੇਗਾ। ਭਵ ਸਾਗਰ ਤੋਂ ਤਰ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚੇਗਾ। ਜੇ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਦਾਤ ਨਾਮ ਰੂਪ ਬੇੜੇ ਦਾ ਆਸਰਾ ਲੈ ਲਵੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਮਨ ਬਾਣੀ ਸਰੀਰ ਅਰਪਣ ਕਰਕੇ
ਮਹਾਰਾਜ ਸਾਹਿਬ ਜੀ ਤੋਂ ਨਾਮ ਦੀ ਦਾਤ ਲੈ ਕੇ ਸ਼ਬਦ ਦਾ ਜੀਵਨ ਵਿੱਚ ਅਭਿਆਸ ਕਰੇਗਾ, ਸਤਿਗੁਰੂ ਜੀ ਕਹਿੰਦੇ ਭਵਜਲ ਤਰਬੀ ਹੈ, ਐ ਜੀਵ ਪੈਦਾਇਕ ਸੰਸਾਰ ਸਾਗਰ ਤੋਂ ਤਰਨਾ ਹੋ ਜਾਵੇਗਾ। ਜੇ ਗਰੀਬ ਨਵਾਜ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਵਾਹਿਗੁਰੂ ਨੂੰ ਯਾਦ ਕਰੇਗਾ। ਮੈਂ ਗਰੀਬ ਸੱਚ ਟੇਕ ਤੂੰ। ਫਿਰ ਮਹਾਰਾਜ ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਬੇਨਤੀ ਕਰਿਆ ਕਰ, ਹੈ ਸਤਿਗੁਰੂ ਜੀ ਮੈਂ ਗਰੀਬ ਸੱਚ ਟੇਕ ਤੂੰ। ਮੈਂ ਗਰੀਬ ਹਾਂ ਮਹਾਰਾਜ, ਨਿਮਾਣਾ ਹਾਂ, ਆਪ ਜੀ ਦੀ ਮੈਨੂੰ ਸੱਚੀ ਟੇਕ ਹੈ। ਆਪ ਜੀ ਦੇ ਮਹਾਰਾਜ ਚਰਨਾਂ ਦਾ ਮੈਨੂੰ ਟੇਕ ਆਸਰਾ ਹੈ। ਦੁਨੀਆ ਦੇ ਜਿੰਨੇ ਵੀ ਆਸਰੇ ਸਭ ਝੂਠੇ ਹਨ। ਕੋਈ ਕਿਸੇ ਦੀ ਟੇਕ ਲੈਂਦਾ, ਕੋਈ ਕਿਸੇ ਦਾ ਆਸਰਾ ਲੈਂਦਾ, ਪਰ ਸਾਰੇ ਮਹਾਰਾਜ ਦੁਨੀਆ ਦੇ ਆਸਰੇ ਜਿਹੜੇ ਹਨ ਉਹ ਨਿਆਸਰੇ ਹੋ ਜਾਣ ਵਾਲੇ ਸਭ ਝੂਠੇ ਹਨ। ਇਸ ਕਰਕੇ ਮੈਂ ਗਰੀਬ ਸੱਚ ਟੇਕ ਤੂੰ। ਮੈਂ ਭਾਵੇਂ ਗਰੀਬ ਹਾਂ, ਨਿਮਾਣਾ ਹਾਂ, ਪਰ ਮਹਾਰਾਜ ਤੁਹਾਡੀ ਸੱਚੀ ਟੇਕ, ਸੱਚਾ ਆਸਰਾ ਜੀਵਨ ਵਿੱਚ ਧਾਰਿਆ ਹੈ। ਮੇਰੇ ਸਤਿਗੁਰ ਪੂਰੇ। हे ਮੇਰੇ ਪੂਰੇ ਸਤਿਗੁਰੂ ਜੀ, ਆਪ ਜੀ ਦਾ ਆਸਰਾ ਮੈਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਵੇ। ਮੇਰੇ ਸਤਿਗੁਰ ਪੂਰੇ, ਮੈਂ ਭਾਵੇਂ ਗਰੀਬ ਹਾਂ, ਮੈਂ ਭਾਵੇਂ ਨਿਮਾਣਾ ਹਾਂ, ਮੈਂ ਭਾਵੇਂ ਨਿਤਾਣਾ ਹਾਂ, ਮੈਂ ਭਾਵੇਂ ਔਗਣਹਾਰਾ ਹਾਂ, ਮੈਂ ਭਾਵੇਂ ਗੁਨਹਗਾਰ ਹਾਂ, ਪਰ ਮੇਰੇ ਸਤਿਗੁਰ ਪੂਰੇ, ਮੇਰੇ ਸਤਿਗੁਰੂ ਜੀ ਪੂਰੇ ਹਨ। ਮੈਂ ਭਾਵੇਂ ਅਧੂਰਾ ਹਾਂ, ਅਧੂਰੇਪਣ ਦੇ ਵੀ ਜੀਵਨ ਨਿਰਵਾਹ ਕਰਦਾ ਪਿਆ, ਪਰ ਮਹਾਰਾਜ ਸਤਿਗੁਰੂ ਜੀ ਮੇਰੇ ਪੂਰੇ ਹਨ। ਐਸੀ ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਬੇਨਤੀ ਕਰਿਆ ਕਰ, हे ਗਰੀਬ ਨਵਾਜ, हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਪੂਰੇ ਸਤਿਗੁਰੂ ਜੀ ਹੋ। ਮਹਾਰਾਜ ਮੇਰੇ ਅੰਦਰ ਭਾਵੇਂ ਕੋਈ ਵੀ ਸ਼ੁਭ ਗੁਣ ਨਹੀਂ ਹੈ, ਮੈਂ ਭਾਵੇਂ ਅਕਿਰਤ ਕਣ ਹਾਂ, ਤੁਹਾਡੇ ਕੀਤੇ ਹੋ ਉਪਕਾਰਾਂ ਨੂੰ ਵੀ ਭੁਲਾਈ ਬੈਠਾ। ਤੁਹਾਡਾ ਕਦੇ ਸ਼ੁਕਰਾਨਾ ਵੀ ਮਹਾਰਾਜ ਨਹੀਂ ਕਰਦਾ, ਇੰਨੀਆਂ ਦਾਤਾਂ ਆਪ ਜੀ ਨੇ ਮੈਨੂੰ ਬਖਸ਼ੀਆਂ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦਾ ਬਿਰਧ ਹੈ ਕਿ ਸ਼ਰਨ ਆਇਆਂ ਦੀ ਲੱਜਿਆ ਰੱਖਣੀ। ਇਸ ਲਈ ਹਜੂਰ ਨੇ ਉਚਾਰਨ ਕੀਤਾ, ਮੈਂ ਗਰੀਬ ਸੱਚ ਟੇਕ ਤੂੰ। ਮਹਾਰਾਜ ਮੇਰੇ ਗਰੀਬ ਦੇ ਆਪ ਕਿਰਪਾ ਕਰਕੇ ਆਸਰਾ ਰੂਪ ਹੋ। ਦੇਖ ਤੁਮਾਰਾ ਦਰਸ਼ਨੋ। हे ਪੂਰੇ ਸਤਿਗੁਰੂ ਜੀ, ਤੁਹਾਡੇ ਦਰਸ਼ਨ ਕਰਕੇ, ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਦੇਖ ਕਰਕੇ ਮੇਰਾ ਮਨ ਧੀਰੇ। ਮੇਰਾ ਮਨ ਧੀਰਜਤਾ ਵਿੱਚ ਆਉਂਦਾ ਹੈ। ਨਹੀਂ ਤਾਂ ਹਰ ਸਮੇਂ ਕਾਹਲਾ ਪੈਂਦਾ ਰਹਿੰਦਾ ਹੈ, ਹਰ ਸਮੇਂ ਮਨ ਕਾਹਲੇਪਨ ਵਿੱਚ ਰਹਿੰਦਾ ਹੈ, ਮਨ ਹਰ ਸਮੇਂ ਭੱਜ ਦੌੜ ਦੇ ਵਿੱਚ ਲੱਗਾ ਰਹਿੰਦਾ, ਮਨ ਹਰ ਸਮੇਂ ਹਰਕਤ ਕਰਦਾ ਰਹਿੰਦਾ। ਤੁਹਾਡੇ ਦੀਦਾਰ ਕਰਨੇ ਮਾਤਰ ਹੀ ਮਨ ਮਹਾਰਾਜ ਧੀਰਜਵਾਨ ਹੋ ਜਾਂਦਾ ਹੈ, ਮਨ ਨੂੰ ਧੀਰਜਤਾ ਪ੍ਰਾਪਤ ਹੋ ਜਾਂਦੀ। ਤੁਹਾਡੇ ਦਰਸ਼ਨਾਂ ਵਿੱਚ ਐਸੀ ਮਹਾਰਾਜ ਕਲਾ ਹੈ, ਐਸੀ ਸ਼ਕਤੀ ਹੈ, ਐਸੀ ਮਹਾਰਾਜ ਧੀਰਜਤਾ ਦੀ ਦਾਤ ਹੈ। ਤੁਹਾਡੇ ਦੀਦਾਰ ਕਰਨੇ ਮਾਤਰ ਹੀ ਮਨ ਮੇਰਾ ਧੀਰਜਤਾ ਵਿੱਚ ਆ ਜਾਂਦਾ ਹੈ। ਇਸ ਲਈ ਹੀ ਸੱਚੇ ਸਤਿਗੁਰੂ ਜੀ, ਆਪ ਜੀ ਦਾ ਟੇਕ, ਤੁਹਾਡੇ ਚਰਨਾਂ ਦਾ ਆਸਰਾ ਲਿਆ ਹੈ। ਰਹਾਉ। ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਰਾਜ ਮਾਲ ਜੰਜਾਲ। ਫਿਰ ਰਾਜ ਮਾਲ ਜੰਜਾਲ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰਦੇ ਹਨ ਕਿ ਜਿੰਨੇ ਵੀ ਸੰਸਾਰ ਦੇ ਰਾਜ ਭਾਗ ਹੈ, ਮਾਲ ਕਹੀਏ ਹਾਥੀ ਘੋੜੇ ਆਦਿਕ, ਜੋ ਕੁਝ ਵੀ ਹੈ ਜੀਵ ਤੋਂ ਆਪਣੇ ਪਾਸ ਰੱਖਿਆ ਹੋਇਆ ਹੈ, ਤੇ ਜੰਜਾਲ ਜਿੰਨੇ ਵੀ ਸੰਸਾਰ ਦੇ ਜੰਜਾਲ ਹਨ, ਜਿਵੇਂ ਕੰਮ ਕਾਜਾਂ ਦੇ ਜੰਜਾਲ, ਸੰਸਾਰ ਦੇ ਮਾਇਕੀ ਧੰਦਿਆਂ ਦੇ ਕੰਮ ਕਾਜਾਂ ਦੇ ਜੰਜਾਲ, ਜਿਨ੍ਹਾਂ ਵਿੱਚ ਮਨ ਪਰਚਨੀ ਕਰਕੇ ਰੱਬ ਭੁੱਲ ਜਾਂਦਾ ਹੈ, ਉਹਨੂੰ ਜੰਜਾਲ ਹੀ ਕਿਹਾ ਜਾਂਦਾ ਹੈ। ਉਹ ਭਾਵੇਂ ਪਰਿਵਾਰ ਦੇ ਕੋਈ ਕੰਮ ਕਾਰਜ ਹੋਣ, ਭਾਵੇਂ ਕੋਈ ਬਾਹਰ ਜਾ ਕਰਕੇ ਕਾਰਜ ਕਰਦਾ ਹੈ, ਪਰ ਜਿਸ ਵਿੱਚ ਮਨ ਪਰਚਨੀ ਕਰਕੇ ਪਰਮਾਤਮਾ ਵਿਸਰਦਾ ਹੈ, ਉਹ ਹਰ ਇੱਕ ਜੰਜਾਲ ਰੂਪ ਹੀ ਹੈ। ਭਾਵੇਂ ਕੋਈ ਸੁਖ ਵਾਸਤੇ, ਭਾਵੇਂ ਕੋਈ ਮਨੁੱਖ ਯਤਨ ਕਰਦਾ ਕਿ ਮੈਂ ਸੁਖ ਦੇ ਵਾਸਤੇ ਕਰਮ ਕਰਦਾ ਪਿਆ, ਪਰ ਮਹਾਰਾਜ ਕਹਿੰਦੇ ਜੰਜਾਲ ਰੂਪ ਹੀ ਜਾਣੋ, ਜਿਸ ਕਰਕੇ ਰੱਬੀ ਯਾਦ ਭੁੱਲ ਜਾਂਦੀ ਹੈ। हे ਜੀਵ ਰਾਜ ਭਾਗ, ਫਿਰ ਹਾਥੀ ਘੋੜੇ ਮਾਲ ਆਦਿਕ, ਤੇ ਜਿੰਨੇ ਵੀ ਮਾਇਕੀ ਸੰਸਾਰ ਦੇ ਕੰਮ ਕਾਰਜਾਂ ਰੂਪੀ ਜੰਜਾਲ ਹਨ, ਕਾਜ ਨਾ ਕਿਤੈ ਕਨੋ। ਔਰ ਜਿੰਨੇ ਵੀ ਦੁਨੀਆ ਦੇ ਕੰਮ ਧੰਦੇ ਕਾਰਜ ਕਰਦਾ ਹੈ, ਅੰਤ ਸਮੇਂ ਇਹਨਾਂ ਵਿੱਚੋਂ ਕਿਸੇ ਵੀ ਤੇਰੇ ਸਹਾਇਕ ਨਹੀਂ ਬਣਨਾ। ਕਿਤੈ ਗਨੋ, ਕਿਸੇ ਵੀ ਗਿਣਤੀ ਮਿਣਤੀ ਵਿੱਚ ਆਉਣ ਵਾਲੇ ਨਹੀਂ ਹੈ ਕਿ हे ਜੀਵ ਤੂੰ ਇੰਨੇ ਸੰਸਾਰ ਦੇ ਅੰਦਰ ਕੰਮ ਕੀਤੇ ਹੈ,
ਇੰਨੇ ਸੰਸਾਰ ਦੇ ਧੰਦੇ ਕੀਤੇ ਐ, ਇੰਨੇ ਦੁਨੀਆ ਦੇ ਸੰਸਾਰ ਦੇ ਕਾਰਜ ਪੂਰੇ ਕੀਤੇ ਐ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭਜਨ ਕੀਤੇ ਤੋਂ ਬਿਨਾ ਕਾਜ ਨਾ ਕੀਤਾ ਗਨੋ। ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਆਉਣੇ। ਪਰਮਾਤਮਾ ਦੇ ਘਰ ਇਹਨਾਂ ਦੀ ਕੋਈ ਵੀ ਗਿਣਤੀ ਹੋਣ ਵਾਲੀ ਨਹੀਂ ਹੈ। ਰੱਬ ਦੇ ਘਰ ਵਿੱਚ ਤਾਂ ਵਾਹਿਗੁਰੂ ਦੇ ਨਾਮ ਦੇ ਕੀਤੇ ਹੋਏ ਕਾਰਜਾਂ ਦੀ ਗਿਣਤੀ ਹੋਵੇਗੀ ਕਿ ਜੋ ਜਿੰਨਾ ਸਮਾਂ ਤੂੰ ਨਾਮ ਜਪਿਆ, ਜਿੰਨਾ ਸਮਾਂ ਤੂੰ ਭਜਨ ਕੀਤਾ ਹੈ, ਜਿੰਨਾ ਸਮਾਂ ਮਹਾਰਾਜ ਦੀ ਸਤ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਦਾ ਜਸ ਸਰਵਣ ਕੀਤਾ ਹੈ, ਇਹ ਕਾਰਜ ਪਰਮਾਤਮਾ ਦੇ ਘਰ ਵਿੱਚ ਜ਼ਰੂਰ ਗਿਣੇ ਜਾਣਗੇ। ਪਰਮਾਤਮਾ ਦੇ ਘਰ ਵਿੱਚ ਇਹਨਾਂ ਚੰਗੇ ਕਾਰਜਾਂ ਦੀ ਜ਼ਰੂਰ ਸਫਲਤਾ ਹੋਵੇਗੀ ਕਿ ਨਿਸ਼ਕਾਮ ਹੋ ਕੇ ਕਿੰਨਾ ਸਮਾਂ ਤੂੰ ਭਜਨ ਬੰਦਗੀ ਕੀਤੀ ਹੈ, ਕਿ ਐਵੇਂ ਦੁਨੀਆ ਦੀਆਂ ਪਦਾਰਥਾਂ ਦੀਆਂ ਸੁੱਖਾਂ ਦੀਆਂ ਆਸਾਂ ਹੀ ਲਗਾ ਕਰਕੇ ਬੰਦਗੀ ਕਰਦਾ ਰਿਹਾ। ਮਹਾਰਾਜ ਮੈਨੂੰ ਇਹ ਫਲ ਮਿਲ ਜਾਵੇ, ਮੈਨੂੰ ਇਹ ਦਾਤ ਪ੍ਰਾਪਤ ਹੋ ਜਾਵੇ। ਹਰ ਸਮੇਂ ਦੁਨੀਆ ਦੇ ਕਾਰਜਾਂ ਨੂੰ ਲੋੜਦਾ ਰਹਿੰਦਾ, ਸੁੱਖਾਂ ਨੂੰ ਮਾਰਨ ਦੇ ਵਾਸਤੇ ਇੱਛਾ ਧਾਰਨ ਕਰੀ ਬੈਠਾ ਸੀ। ਇਹ ਕੋਈ ਵੀ ਮਹਾਰਾਜ ਕਹਿੰਦੇ ਸੰਸਾਰ ਦੇ ਇਹਨਾਂ ਕੰਮਾਂ ਕਾਜਾਂ ਦੀ ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਪ੍ਰਕਾਰ ਕੋਈ ਪ੍ਰਵਾਨਗੀ ਨਹੀਂ ਹੈ, ਤੇ ਨਾ ਹੀ ਵਾਹਿਗੁਰੂ ਦੇ ਘਰ ਵਿੱਚ ਇਹਨਾਂ ਦੀ ਗਿਣਤੀ ਹੋਣ ਵਾਲੀ ਹੈ। ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਜੀਵ ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ। ਇਹ ਨਿਸ਼ਚੈ ਕਰਕੇ ਜਾਣ ਕਿ ਜੋ ਕੁਝ ਵੀ ਸੰਸਾਰ ਦੇ ਜੰਜਾਲ ਰੱਬ ਦੇ ਘਰ ਵਿੱਚ ਕਿਸੇ ਗਿਣਤੀ ਮਿਣਤੀ ਵਿੱਚ ਆਉਣ ਵਾਲੇ ਨਹੀਂ ਹਨ। ਇੱਕ ਪਰਮੇਸ਼ਰ ਦੇ ਨਾਮ ਦਾ ਜੋ ਆਸਰਾ ਹੈ, ਵਾਹਿਗੁਰੂ ਦੇ ਕੀਰਤਨ ਦਾ, ਪਰਮਾਤਮਾ ਦੇ ਜਸ ਕਰੇ ਦਾ ਜੀਵਨ ਦੇ ਵਿੱਚ ਆਸਰਾ ਧਾਰਨ ਕਰਨਾ ਹੈ ਕਿ ਮਹਾਰਾਜ ਤੁਹਾਡੇ ਕੀਰਤਨ ਦਾ ਮੈਨੂੰ ਆਸਰਾ ਹੈ। हे ਪਰਮੇਸ਼ਰ ਜੀ ਤੁਹਾਡੇ ਜਸ ਕਰਨੇ ਦਾ ਮੈਨੂੰ ਜੀਵਨ ਦੇ ਵਿੱਚ ਆਸਰਾ ਹੈ। ਨਿਹਚਲ ਇਹੋ ਧਨੋ। ਇਹ ਅਸਲ ਵਾਹਿਗੁਰੂ ਦੇ ਨਾਮ ਰੂਪੀ ਧਨ ਦਾ ਜੋ ਆਸਰਾ ਹੈ ਨਿਸ਼ਚਲ ਹੈ, ਕਦੇ ਵੀ ਚਲਾਇਮਾਨ ਹੋਣ ਵਾਲਾ ਨਹੀਂ ਹੈ। ਨਹੀਂ ਤਾਂ ਜੋ ਕੁਝ ਵੀ ਸੰਸਾਰ ਵਿੱਚ ਦਿਸਦਾ ਹੈ, ਜੋ ਕੁਝ ਵੀ ਨਜ਼ਰ ਆਉਂਦਾ ਹੈ, ਉਹ ਸਭ ਕੁਝ ਚਲਾਇਮਾਨ ਹੋ ਜਾਣ ਵਾਲਾ ਹੈ। ਭਾਵੇਂ ਸਾਧ ਸੰਗਤ ਜੀ ਬ੍ਰਹਮਾ ਜੀ ਦੀ ਪੁਰੀ ਹੈ, ਭਾਵੇਂ ਇੰਦਰ ਦੇਵਤੇ ਦੀ ਪੁਰੀ ਹੈ, ਭਾਵੇਂ ਕੈਲਾਸ਼ ਪਰਬਤ ਸ਼ਿਵ ਜੀ ਦੀ ਪੁਰੀ ਹੈ। ਸਤਿਗੁਰੂ ਜੀ ਕਹਿੰਦੇ ਸਭ ਕੁਝ ਕਾਲ ਦੇ ਅਧੀਨ ਹੋ ਜਾਣ ਵਾਲਾ ਹੈ, ਕਦੇ ਵੀ ਨਿਹਚਲ, ਕਦੇ ਵੀ ਟਿਕ ਕਰਕੇ ਰਹਿਣ ਵਾਲਾ ਨਹੀਂ ਹੈ। ਮਹਾਰਾਜ ਸਤਿਗੁਰੂ ਜੀ ਦਾ ਬਚਨ ਆਉਂਦਾ ਹੈ ਕਿ ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬੇਤਾਲਾ। ਇਹ ਤਿੰਨਾਂ ਗੁਣਾਂ ਵਿੱਚ ਵਰਤਣ ਵਾਲੇ ਜਿੰਨੇ ਵੀ ਜੀਵ ਹਨ, ਜਾਣੋ ਕਿ ਸਾਰੇ ਦੇ ਸਾਰੇ ਕਾਲ ਦੀ ਲਪੇਟ ਵਿੱਚ ਆ ਜਾਣ ਵਾਲੇ ਹਨ, ਕਿਸੇ ਦਾ ਬਚਾਅ ਹੋਣ ਵਾਲਾ ਨਹੀਂ ਹੈ। ਪਰ ਇੱਕ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਐਸੀ ਇਹ ਪੁਰੀ ਹੈ ਜੋ ਕਦੇ ਵੀ ਮਿਟਣ ਵਾਲੀ ਨਹੀਂ, ਸਦਾ ਅਚਲ ਰਹਿਣ ਵਾਲੀ ਹੈ। ਪਰਮਾਤਮਾ ਦੇ ਸਰੂਪ ਰੂਪੀ ਘਰ ਵਿੱਚ, ਵਾਹਿਗੁਰੂ ਦੇ ਸਰੂਪ ਰੂਪੀ ਪੁਰੀ ਵਿੱਚ ਜੀਵ ਨੂੰ ਪਰਮੇਸ਼ਰ ਦਾ ਨਾਮ ਰੂਪ ਧਨ ਲੈ ਕੇ ਜਾਣ ਵਾਲਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਹਰ ਕੀਰਤਨ ਆਧਾਰ ਨਿਹਚਲ ਇਹੋ ਧਨੋ। ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਅਚਲ ਜਾਣ ਕੇ ਨਾ ਤਾਂ ਕਦੇ ਜਾਣ ਵਾਲਾ, ਨਾ ਕਦੇ ਸਾਥ ਛੱਡਣ ਵਾਲਾ। ਐਸਾ ਵਾਹਿਗੁਰੂ ਦਾ ਨਾਮ ਰੂਪੀ ਅਚਲ ਇਹ ਧਨ ਹੈ। ਜੀਤੇ ਮਾਇਆ ਰੰਗ। ਤੇ ਜਿੰਨੇ ਵੀ ਸੰਸਾਰ ਦੇ ਮਾਇਆ ਦੇ ਰੰਗ ਹਨ, ਜਿੰਨੇ ਵੀ ਮਾਇਆ ਦੇ ਸੁੱਖ ਹਨ, ਜਿੰਨੇ ਵੀ ਮਾਇਆ ਦੇ ਰੰਗ ਆਨੰਦ ਮਾਣਦਾ ਹੈ, ਤੇਤ ਪਛਾਵਿਆ। ਇਹ ਤੇਤ ਉਹਨੇ ਸਾਰੇ ਦੇ ਸਾਰੇ ਮਾਇਆ ਦੇ ਰੰਗ ਪਰਛਾਵੇਂ ਦੀ ਤਰ੍ਹਾਂ ਜਾਣ, ਜਿਵੇਂ ਰੁੱਖ ਦਾ ਪਰਛਾਵਾਂ ਹੁੰਦਾ ਹੈ। ਸਾਧ ਸੰਗਤ ਜੀ, ਰੁੱਖ ਦੀ ਪਰਛਾਈ ਕਦੇ ਸਥਿਰ ਨਹੀਂ ਰਹਿਣਾ ਕਰਦੀ, ਟਿਕ ਕਰਕੇ ਨਹੀਂ ਰਹਿੰਦੀ। ਜਿਵੇਂ ਜਿਵੇਂ ਸੂਰਜ ਆਪਣੀ ਦਿਸ਼ਾ ਤਬਦੀਲ ਕਰਦਾ ਹੈ, ਪੂਰਬ ਤੋਂ ਪੱਛਮ ਦੇ ਵੱਲ ਚਲਾ ਜਾਂਦਾ ਹੈ, ਇਸੇ ਤਰ੍ਹਾਂ ਰੁੱਖ ਦੀ ਛਾਂ ਵੀ ਆਪਣੀ ਜਿਹੜੀ ਦਿਸ਼ਾ ਤਬਦੀਲ ਕਰ ਲੈਂਦੀ ਹੈ, ਦੂਜੇ ਪਾਸੇ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਿੰਨੇ ਮਾਇਆ ਦੇ ਸੁੱਖ ਹਨ, ਰੁੱਖ ਦੀ ਛਾਂ ਦੀ ਤਰ੍ਹਾਂ ਇਹਨਾਂ ਨੂੰ ਜਾਣ। ਸਦਾ ਰਹਿਣ ਵਾਲੇ ਥੋੜ੍ਹਾ ਤੇਰੇ ਪਾਸ, ਕਦੇ ਘਟ ਜਾਂਦੇ, ਕਦੇ ਵੱਧ ਜਾਂਦੇ, ਤੇ ਕਦੇ ਕਈ ਵਾਰ ਬੜਾ ਕੋਈ ਧਨਾਢ ਪੁਰਸ਼ ਹੁੰਦਾ ਤੇ ਸਾਧ ਸੰਗਤ ਜੀ ਥੋੜ੍ਹੇ ਸਮੇਂ ਬਾਅਦ ਹੀ ਕੰਗਾਲ ਹੋ ਜਾਂਦਾ। ਬੜੇ ਬੜੇ ਵੱਡੇ ਜਿਹੜੇ ਸ਼ਾਹੂਕਾਰ, ਉਹ ਸਾਧ ਸੰਗਤ ਜੀ ਮੁੜ ਕੇ ਫਿਰ ਉਹ ਇੰਨੇ ਜ਼ਿਆਦਾ ਕੰਗਾਲ ਹੋ ਜਾਂਦੇ ਹੈ ਕਿ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਕਈ ਵਾਰ ਉਹਨਾਂ ਤੋਂ ਔਖਾ ਹੋ ਜਾਂਦਾ ਹੈ। ਕਿਉਂਕਿ ਜਿਹੜੇ ਪੂਰਬਲੇ ਪੁੰਨ ਕਰਮਾਂ ਦਾ ਫਲ ਹੁੰਦਾ ਹੈ, ਜਿੰਨਾ ਸਮਾਂ ਉਹ ਮਿਲਦਾ ਰਹਿੰਦਾ ਹੈ,
ਮਾਇਆ ਦੇ ਸੁੱਖ ਸਹੂਲਤਾਂ ਮਾਣਦੇ ਰਹਿੰਦੇ ਹੈ। ਤੇ ਜਦੋਂ ਪੂਰਬਲੇ ਪੁੰਨ ਕਰਮਾਂ ਦਾ ਫਲ ਮੁੱਕ ਜਾਂਦਾ ਹੈ, ਫਿਰ ਸਾਧ ਸੰਗਤ ਜੀ ਮਾਇਆ ਦੇ ਸੁੱਖ ਅਲੋਪ ਹੋਣੇ ਸ਼ੁਰੂ ਹੋ ਜਾਂਦੇ ਨੇ। ਫਿਰ ਕੰਗਾਲਾਂ ਦੀ ਤਰ੍ਹਾਂ ਆਪਣਾ ਜਿਹੜਾ ਜੀਵਨ ਉਹ ਬਤੀਤ ਕਰਨਾ ਸ਼ੁਰੂ ਕਰ ਦਿੰਦੇ ਹਨ। ਤੇ ਸਤਿਗੁਰੂ ਜੀ ਕਹਿੰਦੇ ਮਾਇਆ ਦੇ ਸੁੱਖਾਂ ਨੂੰ ਰੁੱਖ ਦੀ ਛਾਂ ਦੀ ਤਰ੍ਹਾਂ ਪਰਛਾਈ ਦੀ ਤਰ੍ਹਾਂ ਜਾਣਿਆ ਕਰ। ਜਦੋਂ ਇਹ ਪੁੰਨ ਕਰਮਾਂ ਰੂਪੀ ਜਿਹੜਾ ਇਹ ਸੂਰਜ ਹੈ ਆਪਣੀ ਦਿਸ਼ਾ ਤਬਦੀਲ ਕਰ ਲੈਂਦਾ ਨਾ, ਪੁੰਨੀ ਕਰਮਾਂ ਦੇ ਪਾਥ ਚਲਾ ਜਾਂਦਾ ਹੈ। ਤੇ ਸਾਧ ਸੰਗਤ ਜੀ ਫਿਰ ਜਿਹੜੇ ਪੁੰਨਾ ਕਰਮਾਂ ਦੇ ਫਲ ਤੋਂ ਰਹਿਤ ਹੋ ਜਾਂਦੇ ਆ, ਉਹਨਾਂ ਦੇ ਕੋਲੋਂ ਖੁਸ਼ ਕਰਕੇ ਹੋਰਾਂ ਦੇ ਪਾਸ ਮਾਇਆ ਦੇ ਸੁੱਖ ਚਲੇ ਜਾਂਦੇ ਹਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੇ ਮਾਇਆ ਰੰਗ ਤੇਤ ਪਛਾਵੇ ਆ। ਜਿੰਨੇ ਵੀ ਮਾਇਆ ਦੇ ਰੰਗ ਹਨ, ਜਿੰਨੇ ਵੀ ਮਾਇਆ ਦੇ ਸੁੱਖ ਹਨ, ਸਭ ਨੂੰ ਇੱਕ ਰੁੱਖ ਦੀ ਪਰਛਾਈ ਦੀ ਤਰ੍ਹਾਂ ਜਾਣਨਾ ਕਰ, ਸਦਾ ਰਹਿਣ ਵਾਲੇ ਨਹੀਂ ਹਨ। ਸੁਖ ਕਾ ਨਾਮ ਨਿਧਾਨ। ਤੇ ਮਹਾਰਾਜ ਫਿਰ ਸਦਾ ਰਹਿਣ ਵਾਲਾ ਸੁੱਖ ਕਿਹੜਾ ਹੈ? ਸਤਿਗੁਰੂ ਜੀ ਕਹਿੰਦੇ ਐ ਗੁਰਸਿੱਖ, ਵਾਹਿਗੁਰੂ ਦਾ ਨਾਮ ਦਾ ਖਜ਼ਾਨਾ ਸਦਾ ਰਹਿਣ ਵਾਲਾ ਇਹ ਸੁੱਖ ਹੈ। ਇਹ ਸਦੀਵੀ ਸੁੱਖ ਹੈ, ਕਦੇ ਦੁੱਖਾਂ ਵਿੱਚ ਤਬਦੀਲ ਨਹੀਂ ਹੋਣ ਵਾਲਾ, ਨਾ ਕਦੇ ਘਟਣ ਵਾਲਾ, ਸਗੋਂ ਦੁੱਖਾਂ ਨੂੰ ਦੂਰ ਕਰਕੇ ਤੇ ਸੁੱਖ ਪ੍ਰਦਾਨ ਕਰਨ ਵਾਲਾ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਆ, ਇਹ ਜੀਵ ਸੁੱਖ ਕਾ ਨਾਮ ਨਿਧਾਨ। ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਇਹ ਸਦੀਵੀ ਰਹਿਣ ਵਾਲਾ ਇਹ ਸੁੱਖ ਹੈ। ਗੁਰਮੁਖ ਗਾਵਿਆ। ਪਰ ਇਸ ਨੂੰ ਗੁਰਮੁਖਾਂ ਨੇ ਗਾਇਆ ਹੈ। ਮਨਮੁਖਾਂ ਨੇ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਛੱਡ ਕੇ ਉਹ ਦੁਨੀਆ ਦੇ ਖਜ਼ਾਨੇ ਪਾਉਣ ਵਾਸਤੇ ਹਰ ਸਮੇਂ ਤ੍ਰਿਸ਼ਨਾਲੂ ਬਣ ਕਰਕੇ ਦਰ ਦਰ ਤੇ ਭਟਕਦੇ ਰਹਿੰਦੇ ਐ। ਗੁਰਮੁਖ ਪਿਆਰਿਆਂ ਨੇ ਗੁਰਮੁਖ ਗਾਵਿਆ। ਵਾਹਿਗੁਰੂ ਦੇ ਪਿਆਰਿਆਂ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਖਜ਼ਾਨੇ ਨੂੰ ਗਾਇਆ, ਯਾਦ ਕੀਤਾ ਕਿ ਇਹ ਸਦਾ ਰਹਿਣ ਵਾਲਾ ਸੁੱਖ ਹੈ। ਪਰਮੇਸ਼ਰ ਦੇ ਨਾਮ ਦਾ ਜਿਹੜਾ ਸੁੱਖ ਰੂਪੀ ਛਾਂ ਇਹ ਸਦੀਵੀ ਕਾਲ ਰਹਿਣ ਵਾਲੀ ਹੈ। ਇਹ ਕਦਾਚਿਤ ਵੀ ਆਪਣੀ ਦਿਸ਼ਾ ਤਬਦੀਲ ਕਰਨ ਵਾਲੀ ਨਹੀਂ ਹੈ। ਜਿਸ ਕੋਲ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ ਉਹ ਸਾਧ ਸੰਗਤ ਜੀ ਉਹਦੇ ਕੋਲ ਸੁੱਖਾਂ ਰੂਪੀ ਛਾਂ ਜੀਵਨ ਭਰ ਰਹਿਣਾ ਕਰਦੀ ਹੈ। ਲੋਕ ਪਰਲੋਕ ਦੇ ਵਿੱਚ ਨਾਲ ਨਿਭਦੀ ਉਹ ਛਾਂ ਕਦੇ ਤਬਦੀਲ ਨਹੀਂ ਹੁੰਦੀ। ਜਿਹਦੇ ਕੋਲ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ, ਪਰਮੇਸ਼ਰ ਦਾ ਸਿਮਰਨ ਹੈ, ਵਾਹਿਗੁਰੂ ਦੀ ਬੰਦਗੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜ਼ੂਰ ਕਹਿੰਦੇ ਜਿਹੜੇ ਮਾਇਆ ਦੇ ਖਜ਼ਾਨੇ ਹੈ, ਮਾਇਆ ਦੇ ਸੁੱਖ ਹੈ, ਇਹ ਰੁੱਖ ਦੀ ਛਾਂ ਦੀ ਤਰ੍ਹਾਂ ਤਬਦੀਲ ਹੋ ਜਾਂਦੇ ਨੇ। ਪਰ ਵਾਹਿਗੁਰੂ ਦੇ ਨਾਮ ਦਾ ਜੋ ਸੁੱਖ ਹੈ ਸਦੀਵੀ ਕਾਲ ਰਹਿਣ ਵਾਲਾ। ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਗਾਇਆ ਕਰ। ਸੱਚਾ ਗੁਣੀ ਨਿਧਾਨ ਤੂੰ। ਹੇ ਪਿਆਰੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਆਪ ਦੀ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। ਸਦੀਵੀ ਕਾਲ ਦੀ ਮਹਾਰਾਜ ਆਪ ਜੀ ਸੱਚ ਸਰੂਪ ਹੋ। ਪ੍ਰਭ ਗਹਿਰ ਗੰਭੀਰੇ। ਹੇ ਪ੍ਰਭੂ ਆਪ ਜੀ ਦਾ ਨਿਰਹਾਲ ਤੇ ਡੂੰਘਾਈ ਵਾਲਾ ਸਰੂਪ ਹੈ। ਮਹਾਰਾਜ ਕਿਸੇ ਤੋਂ ਮਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਐਸਾ ਪਰਮੇਸ਼ਰ ਆਪ ਜੀ ਦਾ ਸਵਰੂਪ ਹੈ। ਆਸ ਭਰੋਸਾ ਖਸਮ ਕਾ। ਹਜ਼ੂਰ ਕਹਿੰਦੇ ਹੈ ਗੁਰਸਿੱਖ ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀ ਕਰਿਆ ਕਰ। ਹੇ ਪਰਮੇਸ਼ਰ ਆਪ ਜੀ ਸਦਾ ਰਹਿਣ ਵਾਲੇ ਸੱਚੇ ਹੋ, ਸਭ ਦੇ ਮਾਲਕ ਹੋ, ਸਭ ਦੇ ਧਣੀ ਹੋ। ਆਸ ਭਰੋਸਾ ਖਸਮ ਕਾ। ਹੇ ਮੇਰੇ ਮਾਲਕ ਪਰਮਾਤਮਾ ਤੁਹਾਡੇ ਚਰਨਾਂ ਦਾ ਹੀ ਸਾਨੂੰ ਭਰੋਸਾ ਹੈ। ਤੁਹਾਡੇ ਉੱਪਰ ਹੀ ਮਹਾਰਾਜ ਸਾਨੂੰ ਪੂਰਨ ਵਿਸ਼ਵਾਸ ਹੈ। ਤੁਹਾਡੇ ਸਰੂਪ ਦੀ ਮਹਾਰਾਜ ਪ੍ਰਾਪਤੀ ਦੀ ਸਾਡੇ ਮਨ ਦੇ ਅੰਦਰ ਆਸਾ ਹੈ। ਨਾਨਕ ਕੇ ਜੀਅਰੇ। ਹੇ ਮਹਾਰਾਜ ਆਪ ਜੀ ਸਾਡੇ ਜੀਵਾਂ ਦੇ ਸਭ ਦੇ ਮਾਲਕ ਹੋ। ਮਹਾਰਾਜ ਤੁਹਾਡੀ ਸਾਡੀ ਜਿੰਦ ਜਾਨ ਨੂੰ ਤੁਹਾਡੇ ਚਰਨਾਂ ਦਾ ਆਸਰਾ ਹੈ। ਫਿਰ ਆਪ ਹੀ ਸਭ ਜੀਵਾਂ ਤੇ ਬਖਸ਼ਿਸ਼ਾਂ ਕਰਨ ਵਾਲੇ ਹੋ। ਆਸਾ ਮਹੱਲਾ ਪੰਜਵਾ। ਜਿਸ ਸਿਮਰਤ ਦੁਖ ਜਾਏ। ਸਤਿਗੁਰੂ ਜੀ ਫਰਮਾਉਂਦੇ ਹਨ ਜਿਸ ਪਰਮਾਤਮਾ ਦਾ ਸਿਮਰਨ ਕਰਨ ਨਾਲ ਸਾਰੇ ਦੁੱਖ ਚਲੇ ਗਏ ਹਨ। ਸਭ ਦੁੱਖ ਚਲੇ ਜਾਂਦੇ ਨੇ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ। ਸਹਿਜ ਸੁਖ ਪਾਈਐ। ਸਹਿਜ ਅਡੋਲ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਮਾਇਆ ਦੇ ਦੁਨਿਆਵੀ ਸੁੱਖ ਹਨ ਸਾਧ ਸੰਗਤ ਜੀ, ਇਹਨਾਂ ਦੇ ਵਿੱਚ ਡੋਲਤਾ ਬਣੀ ਰਹਿੰਦੀ ਹੈ। ਮਨ ਡਗਮਗਾਉਂਦਾ ਰਹਿੰਦਾ ਹੈ ਕਿ ਪਤਾ ਨਹੀਂ ਹੁਣ ਵੀ ਸੁੱਖ ਮੇਰੇ ਤੋਂ ਚਲੇ ਜਾਣਗੇ, ਹੁਣ ਵੀ ਮੇਰੇ ਤੋਂ ਇਹ ਸੁੱਖ ਦੂਰ ਚਲੇ ਜਾਣਗੇ, ਹੋਰ ਕਿਸੇ ਨੂੰ ਜਾ ਕੇ ਮਿਲ ਜਾਣਗੇ।
ਜਾਂ ਦੁਨਿਆਵੀ ਸੁੱਖਾਂ ਦੇ ਵਿੱਚ ਜੀਵ ਦੇ ਮਨ ਦੀ ਜਿਹੜੀ ਅਡੋਲਤਾ ਕਦੇ ਬਣ ਨਹੀਂ ਸਕਦੀ। ਮਨ ਡਗਮਗਾਉਂਦਾ ਰਹਿੰਦਾ ਹੈ, ਮਨ ਬਾਰ-ਬਾਰ ਡਾਵਾਂਡੋਲ ਹੋਇਆ ਰਹਿੰਦਾ ਹੈ ਜਦੋਂ ਤੱਕ ਦੁਨੀਆ ਦੇ ਮਾਇਆ ਦੇ ਸੁੱਖਾਂ ਵਿੱਚ ਮਨ ਪਰਚਿਆ ਰਹਿੰਦਾ ਹੈ। ਪਰ ਜਦੋਂ ਦੁਨਿਆਵੀ ਸੁੱਖਾਂ ਤੋਂ ਉਪਰਾਮ ਹੋ ਜਾਂਦਾ ਹੈ, ਪਰਮੇਸ਼ਰ ਦੇ ਨਾਮ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ, ਫਿਰ ਕੋਈ ਵੀ ਦੁਨੀਆ ਦਾ ਡਰ ਜੀਵ ਦੇ ਮਨ ਨੂੰ ਡੁਲਾ ਨਹੀਂ ਸਕਦਾ। ਐਸੀ ਅਡੋਲਤਾ ਵਾਹਿਗੁਰੂ ਦੇ ਨਾਮ ਦੇ ਸੁੱਖ ਕਰਕੇ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਹੇ ਜੀਵ ਜਿਸ ਸਿਮਰਤ ਦੁਖ ਜਾਏ ਸਹਿਜ ਸੁਖ ਪਾਈਐ। ਅਡੋਲਤਾ ਭਰਿਆ ਸੁਖ ਪ੍ਰਾਪਤ ਹੋ ਜਾਂਦਾ ਹੈ। ਸਹਿਜ ਗਿਆਨ ਭਰਿਆ ਸੁਖ ਦਾ ਸੁਖ ਜੀਵ ਦੇ ਹਿਰਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਰੈਣ ਦਿਨਸ ਕਰ ਜੋੜ, ਰਾਤ ਵੀ ਦਿਨੇ ਵੀ ਹੱਥ ਜੋੜ ਜੋੜ ਕਰਕੇ, ਹਰ ਸਮੇਂ ਰਹਿਣ ਦਿਨਸ ਕਰ ਜੋੜ, ਪ੍ਰਤੱਖ ਵੀ ਹੱਥ ਜੋੜ ਕਰਕੇ। ਹਰ ਹਰ ਧਿਆਈਐ, ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ। ਐ ਜੀਵ ਜੋ ਮਨ ਬੁੱਧ ਰੂਪੀ ਹੱਥ ਜੋੜ ਕਰਕੇ ਪਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਪਰਮੇਸ਼ਰ ਦਾ ਧਿਆਨ ਧਾਰਨ ਕਰਿਆ ਕਰ। ਰਾਤ ਦਿਨ ਅੱਠੇ ਪੈਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ। ਐਸੀ ਅਵਸਥਾ ਆਪਣੀ ਜੀਵ ਬਣਾਵਣਾ ਕਰ। ਨਾਨਕ ਕਾ ਪ੍ਰਭ ਸੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਐਸਾ ਉਹ ਅਕਾਲ ਪੁਰਖ ਪਰਮਾਤਮਾ ਹੈ, ਐਸਾ ਉਹ ਪ੍ਰਭੂ ਪਰਮੇਸ਼ਰ ਹੈ ਜਿਸ ਕਾ ਸਭ ਕੋਈ, ਜਿਸ ਦਾ ਸਾਰਾ ਕੋਈ ਸੰਸਾਰ ਦੇ ਅੰਦਰ ਪਰਮੇਸ਼ਰ ਦਾ ਹੈ। ਐਸਾ ਉਹ ਸਾਡਾ ਮਾਲਕ ਪਰਮਾਤਮਾ ਹੈ। ਸਰਬ ਰਹਿਆ ਭਰਪੂਰ, ਜੋ ਪਰਮਾਤਮਾ ਸਰਬ ਥਾਵਾਂ ਤੇ ਪਰਿਪੂਰਵਕ ਹੋ ਰਿਹਾ ਹੈ। ਪਾਣੀ ਵਿੱਚ ਪਾਣੀ ਰੂਪ ਹੋ ਕਰਕੇ ਵਰਤ ਰਿਹਾ ਹੈ, ਹਵਾ ਵਿੱਚ ਹਵਾ ਰੂਪ ਹੋ ਕਰਕੇ ਵਰਤ ਰਿਹਾ ਹੈ, ਅੱਗ ਵਿੱਚ ਅੱਗ ਰੂਪ ਹੋ ਕਰਕੇ ਵਰਤ ਰਿਹਾ ਹੈ, ਫਿਰ ਧਰਤੀ ਵਿੱਚ ਧਰਤ ਰੂਪ ਹੋ ਕਰਕੇ ਵਰਤ ਰਿਹਾ ਹੈ, ਆਕਾਸ਼ ਵਿੱਚ ਆਕਾਸ਼ ਰੂਪ ਹੋ ਕਰਕੇ ਵਰਤਦਾ ਪਿਆ ਹੈ। ਜਿੰਨੇ ਵੀ ਤੱਤ ਬਣਾਏ ਹੈ, ਜਿੰਨੇ ਸੁਭਾਵਾਂ ਦੇ ਜੀਵ ਬਣਾਏ ਹਨ, ਉਹਨਾਂ ਸੁਭਾਵਾਂ ਰੂਪ ਹੋ ਕਰਕੇ ਤੱਤਾਂ ਵਿੱਚ ਤੱਤਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਇਸ ਪ੍ਰਕਾਰ ਪਦਾਰਥ ਜਿੱਦਾਂ ਦੇ ਵੀ ਜਿੰਨੇ ਵੀ ਪ੍ਰਕਾਰ ਦੇ ਰਸ ਹਨ, ਸਵਾਦਿਸ਼ਟ ਪਦਾਰਥ ਹਨ, ਉਹਨਾਂ ਦੇ ਸਵਾਦਾਂ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਹੈ ਜੀਵ ਸਰਬ ਰਹਿਆ ਭਰਪੂਰ। ਸਰਬ ਥਾਵਾਂ ਤੇ ਸਰਬ ਜੀਵਾਂ ਦੇ ਅੰਦਰ ਪਰਮਾਤਮਾ ਅਕਾਲ ਪੁਰਖ ਪਰਿਪੂਰਵਕ ਹੋ ਰਿਹਾ ਹੈ। ਸੱਚਾ ਸੱਚ ਸੋਈ, ਜੋ ਪਰਮਾਤਮਾ ਆਪ ਸੱਚਾ ਹੈ ਅਤੇ ਉਸ ਪਰਮੇਸ਼ਰ ਦੀ ਸੋਭਾ ਵੀ ਸੱਚੀ ਹੈ। ਐਸਾ ਸੱਚਾ ਆਪ, ਸੱਚਾ ਪਰਮੇਸ਼ਰ ਦਾ ਦਰਬਾਰ, ਸੱਚੀ ਵਾਹਿਗੁਰੂ ਜੀ ਦੀ ਸੋਭਾ ਹੈ। ਅਕਾਲ ਪੁਰਖ ਐਸਾ ਸੱਚਾ ਪਰਮੇਸ਼ਰ ਹੈ ਜੋ ਸਰਬ ਥਾਵਾਂ ਤੇ ਵਰਤ ਰਿਹਾ ਹੈ। ਰਹਾਉ, ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਅੰਤਰ ਬਾਹਰ ਸੰਗ, ਹੇ ਜੀਵ ਉਸ ਪਰਮਾਤਮਾ ਨੂੰ ਆਪਣੇ ਅੰਤਰ ਹਿਰਦੇ ਵਿੱਚ ਤੇ ਬਾਹਰ ਸੰਸਾਰ ਦੇ ਵਿੱਚ ਸਭ ਥਾਵਾਂ ਤੇ ਵਾਹਿਗੁਰੂ ਨੂੰ ਆਪਣੀ ਸੰਗ ਸਮਝਿਆ ਕਰ। ਕਿ ਜੇ ਬਾਹਰ ਜਾਣਾ ਨਾ ਘਰ ਤੋਂ, ਉੱਥੇ ਵੀ ਪਰਮਾਤਮਾ ਹੈ। ਜੇ ਘਰ ਦੇ ਵਿੱਚ ਬੈਠਾ ਹੋ, ਉੱਥੇ ਵੀ ਪਰਮੇਸ਼ਰ ਹੈ। ਸਤ ਸੰਗਤ ਰੂਪੀ ਘਰ ਵਿੱਚ ਵੀ ਪਰਮਾਤਮਾ ਨੂੰ ਜਾਣ, ਬਾਹਰ ਸੰਸਾਰ ਦੇ ਅੰਦਰ ਵੀ ਉਸ ਪਰਮੇਸ਼ਰ ਨੂੰ ਵਿਆਪਕ ਜਾਣਿਆ ਕਰ। ਸਹਾਈ ਗਿਆਨ ਜੋਗ, ਐਸਾ ਪਰਮੇਸ਼ਰ ਸਹਾਇਤਾ ਕਰਨ ਵਾਲਾ ਹੈ ਜੋ ਗਿਆਨ ਯੋਗ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਜਿਹੜੇ ਸਾਧ ਸੰਗਤ ਜੀ ਗਿਆਨ ਯੋਗ ਜੀਵਨ ਵਿੱਚ ਧਾਰਨ ਕਰ ਲੈਂਦੇ, ਉਹਨਾਂ ਦਾ ਵੀ ਪਰਮਾਤਮਾ ਸਹਾਇਕ ਬਣਦਾ ਹੈ। ਯੋਗ ਵੀ ਕਈ ਪ੍ਰਕਾਰ ਦਾ ਹੈ, ਜਿਵੇਂ ਸਾਧ ਸੰਗਤ ਜੀ ਹੱਠ ਯੋਗ ਹੁੰਦਾ ਹੈ, ਫਿਰ ਇਸੇ ਪ੍ਰਕਾਰ ਲੈ ਯੋਗ ਹੁੰਦਾ ਹੈ, ਭਗਤ ਯੋਗ ਹੁੰਦਾ ਹੈ, ਗਿਆਨ ਯੋਗ ਹੁੰਦਾ ਹੈ। ਯੋਗ ਵੀ ਕਈ ਪ੍ਰਕਾਰ ਦੇ ਹੁੰਦੇ ਨੇ। ਤੇ ਮਹਾਰਾਜ ਕਹਿੰਦੇ ਜਿਹੜਾ ਗਿਆਨ ਯੋਗ ਹੈ ਨਾ, ਸਭ ਤੋਂ ਉੱਤਮ ਹੈ, ਸਭ ਤੋਂ ਪਰਮ ਹੈ। ਇਸ ਯੋਗ ਧਿਆਨ ਕਰਨ ਵਾਲੇ, ਗਿਆਨ ਯੋਗ ਵਾਲੇ ਜਿਹੜੇ ਜੋਗੀ ਹੈ, ਉਹਨਾਂ ਦਾ ਵੀ ਪਰਮੇਸ਼ਰ ਸਹਾਇਕ ਬਣਨ ਵਾਲਾ ਹੈ, ਉਹਨਾਂ ਦੀ ਵੀ ਸਹਾਇਤਾ ਕਰਦਾ ਹੈ। ਤਿਸ ਹੈ ਅਰਾਧ ਮਨਾ, हे ਮੇਰੇ ਮਨਾ ਉਸ ਪਰਮਾਤਮਾ ਨੂੰ ਆਰਾਧਨਾ ਕਰ, ਉਸ ਵਾਹਿਗੁਰੂ ਦੀ ਆਰਾਧਨਾ ਕਰਿਆ ਕਰ। ਬਿਨਾਸੈ ਸਗਲ ਰੋਗ, ਜਿਸ ਨੂੰ ਆਰਾਧਨ ਕਰਕੇ ਸਾਰੇ ਦੇ ਸਾਰੇ ਰੋਗ ਵਿਨਾਸ਼ ਜਾਂਦੇ ਹੈ, ਬਿਨਸ ਜਾਂਦੇ, ਨਾਸ਼ ਹੋ ਜਾਂਦੇ ਹਨ। ਤਨ ਦੇ ਰੋਗ, ਮਨ ਦੇ ਰੋਗ ਸਭ ਬਿਨਸ ਜਾਂਦੇ ਨੇ। हे ਮੇਰੇ ਮਨਾ ਉਸ ਨੂੰ ਹਿਰਦੇ ਕਰਕੇ ਪਰਮੇਸ਼ਰ ਨੂੰ ਆਰਾਧਿਆ ਕਰ।
ਐਵੇਂ ਕਦੇ ਕਿਸੇ ਦੀ ਆਰਾਧਨਾ ਕਰਦਾ ਰਹਿਣਾ, ਕਦੇ ਕਿਸੇ ਦੀ ਆਰਾਧਨਾ ਕਰਦਾ ਹੈ। ਇਹ ਜੀਵ ਵਾਹਿਗੁਰੂ ਦੀ ਆਰਾਧਨਾ ਕਰਿਆ ਕਰ, ਜਿਸ ਨੂੰ ਆਰਾਧਨ ਕਰਨ ਦੇ ਨਾਲ ਸਾਰੇ ਤਨ ਦੇ ਮਨ ਦੇ ਰੋਗ ਨਾਸ਼ ਹੋ ਜਾਂਦੇ ਹਨ। ਰਾਖਨ ਹਾਰ ਅਪਾਰ, ਜੋ ਅਰਾਰ ਪਾਰ ਤੋਂ ਪਰੇ ਪਰਮਾਤਮਾ ਹੈ, ਸ੍ਰਿਸ਼ਟੀ ਵਿੱਚ ਹੁੰਦਾ ਹੋਇਆ ਵੀ ਪਰਮੇਸ਼ਰ ਪਰੇ ਹੈ, ਜਿਸ ਦੇ ਅਰਾਰ ਪਾਰ ਦਾ ਅੰਤ ਨਹੀਂ ਪੈਂਦਾ, ਉਹ ਵਾਹਿਗੁਰੂ ਆਪ ਹੀ ਜੀਵਾਂ ਨੂੰ ਰੱਖਣ ਹਾਰਾ ਹੈ। ਰਾਖੈ ਅਗਨ ਮਾਹੇ, ਜੋ ਪਰਮਾਤਮਾ ਜੀਵ ਨੂੰ ਮਾਤਾ ਦੇ ਗਰਭ ਦੇ ਵਿੱਚ ਜਠਰਾ ਅਗਨੀ ਤੋਂ ਬਚਾ ਕਰਕੇ ਰੱਖਦਾ ਹੈ। ਰਾਖੈ ਅਗਨ ਮਾਹੇ, ਔਰ ਪ੍ਰਤੱਖ ਸੰਸਾਰ ਦੇ ਅੰਦਰ ਪ੍ਰਚੰਡ ਅਗਨੀ ਤੋਂ ਪਰਮਾਤਮਾ ਬਚਾ ਲੈਂਦਾ ਹੈ। ਇਹ ਗਰੀਬ ਨਵਾਜ਼ ਸਤਿਗੁਰੂ ਜੀ ਦੀ ਵਡਿਆਈ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਭੱਠ ਦੇ ਅੰਦਰ ਪ੍ਰਵੇਸ਼ ਹੋ ਗਏ ਨੇ ਸਾਧ ਸੰਗਤ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੋਇਆ ਹੈ, ਤੇ ਰਾਈ ਮਾਤਰ ਵੀ ਥੋੜਾ ਜਿੰਨਾ ਵੀ ਆਚ ਨਹੀਂ ਮਹਾਰਾਜ ਜੀ ਨੇ ਆਉਣ ਦਿੱਤੀ। ਸਿੱਖਾਂ ਨੂੰ ਹੁਕਮ ਕੀਤਾ ਕਿ ਸਿੱਖੋ, ਸਰੋਵਰ ਦੇ ਵਿੱਚੋਂ ਜਲ ਭਰ ਕਰਕੇ ਗਾਗਰਾਂ ਨਾਲ ਸਾਡੇ ਸਰੀਰ ਦੇ ਉੱਪਰ ਪਾਵੋ। ਬੜੇ ਪਿਆਰ ਦੇ ਨਾਲ ਜਲ ਭਰ ਭਰ ਕਰਕੇ ਲੈ ਕੇ ਮਹਾਰਾਜ ਦੇ ਸਰੀਰ ਦੇ ਉੱਪਰ ਪਾ ਰਹੇ ਨੇ। ਕੁਝ ਸਮੇਂ ਬਾਅਦ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕੀ ਕੌਤਕ ਸੀ? ਅਚਾਨਕ ਮਹਾਰਾਜ ਆਪ ਜੀ ਨੇ ਜਲ ਪਵਾ ਕਰਕੇ ਕਿੰਨਾ ਆਪਣੇ ਸਰੀਰ ਦੇ ਉੱਪਰ ਜਲ ਪਵਾਇਆ। ਹਜੂਰ ਕਹਿੰਦੇ, ਸਾਡਾ ਗੁਰਸਿੱਖ ਜੋ ਬਲਦੇ ਹੋ ਭੱਠ ਦੇ ਅੰਦਰ ਪ੍ਰਵੇਸ਼ ਹੋ ਗਏ ਸੀ, ਉਹਦੀ ਰੱਖਿਆ ਕਰਨ ਦੇ ਵਾਸਤੇ ਸਾਡੇ ਸਿੱਖ ਨੂੰ ਕੋਈ ਸੇਕ ਨਾ ਲੱਗੇ। ਮਹਾਰਾਜ ਕਹਿੰਦੇ ਸੀ ਇਸ ਕਰਕੇ ਆਪਣੇ ਤਨ ਦੇ ਉੱਪਰ ਜਲ ਪਵਾ ਰਹੇ ਸਾਂ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਪ੍ਰਤੱਖ ਵੀ ਸਿੱਖਾਂ ਨੂੰ ਬਚਾ ਲੈਂਦੇ ਹੈ। ਪ੍ਰਤੱਖ ਵੀ ਪ੍ਰਚੰਡ ਅਗਨੀ ਦੇ ਵਿੱਚੋਂ ਮਹਾਰਾਜ ਸੇਕ ਨਹੀਂ ਲੱਗਣ ਦਿੰਦੇ। ਜਿੱਥੇ ਮਾਤਾ ਦੇ ਗਰਭ ਦੇ ਵਿੱਚ ਪਰਵਰਿਸ਼ ਕਰਦੇ ਹੈ, ਪ੍ਰਤੱਖ ਵੀ ਅਗਨੀ ਤੋਂ ਬਚਾਉਂਦੇ ਹਨ। ਫਿਰ ਅੰਤਰੀਵ ਤ੍ਰਿਸ਼ਨਾ ਰੂਪੀ ਅੱਗ ਤੋਂ ਵੀ ਸਤਿਗੁਰੂ ਜੀ ਬਚਾ ਲੈਂਦੇ ਹਨ। ਵਿਕਾਰਾਂ ਦੀ, ਨਰਕਾਂ ਦੀ ਅੱਗ ਤੋਂ ਵੀ ਪਰਮੇਸ਼ਰ ਬਚਾਉਣ ਵਾਲਾ ਹੈ। ਸੀਤਲ ਹਰ ਹਰ ਨਾਮ, हे ਮੇਰੇ ਮਨਾ, ਪਰਮਾਤਮਾ ਦਾ ਨਾਮ ਬੜਾ ਸੀਤਲ ਹੈ, ਬਹੁਤ ਠੰਡਾ ਹੈ। ਕਲ ਤਾਤੀ ਠੰਡਾ ਹਰ ਨਾਉ। हे ਜੀਵ, ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕਰੇਗਾ, ਤਿਵੇਂ ਤਿਵੇਂ ਤੇਰੇ ਹਿਰਦੇ ਨੂੰ ਸੀਤਲਤਾ ਮਿਲੇਗੀ। ਤਪਦਾ ਹੋਇਆ ਮਨ ਜਿਹੜਾ ਹੈ ਨਾ, ਇਹ ਸੀਤਲ ਹੋ ਜਾਵੇਗਾ। ਸਿਮਰਤ ਤਪਤ ਜਾਏ, ਵਾਹਿਗੁਰੂ ਦਾ ਸਿਮਰਨ ਕਰਨ ਨਾਲ ਜੀਵ ਦੀ ਤਪਸ਼ ਚਲੀ ਜਾਂਦੀ ਹੈ। ਵਿਕਾਰਾਂ ਦੀ, ਤ੍ਰਿਸ਼ਨਾ ਦੀ, ਪਾਪ ਕਰਮਾਂ ਦੀ, ਇਹ ਔਗਣਾਂ ਦੀ, ਪੂਰਬਲੇ ਮਾੜੇ ਕਰਮਾਂ ਦੀ ਜਿਹੜੀ ਤਪਸ਼ ਹੈ, ਮਨ ਤਪਦਾ ਰਹਿੰਦਾ ਹੈ। ਇਹ ਸਾਰੀ ਦੀ ਸਾਰੀ ਤਪਸ਼ ਚਲੀ ਜਾਵੇਗੀ ਜੇ ਇਹ ਜੀਵ ਤੂੰ ਪਰਮੇਸ਼ਰ ਦੇ ਸੀਤਲ ਨਾਮ ਨੂੰ ਜਪੇਂਗਾ। ਸੁਖ ਸਹਿਜ ਆਨੰਦ ਕਣਾ, ਹਜੂਰ ਕਹਿੰਦੇ ਹਨ, ਉਹਨਾਂ ਜੀਵਾਂ ਦੇ ਹਿਰਦੇ ਅੰਦਰ ਆਤਮਿਕ ਸੁਖ ਤੇ ਆਤਮਿਕ ਜਿਹੜਾ ਆਨੰਦ ਹੈ, ਕਣਾ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਨਾਨਕ ਜਨ ਧੂਰਾ, ਜਿਨ੍ਹਾਂ ਨੂੰ ਵਾਹਿਗੁਰੂ ਦੇ ਪਿਆਰੇ ਜਨਾਂ ਦੀ ਚਰਨ ਧੂੜ ਪ੍ਰਾਪਤ ਹੋ ਗਈ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਧੂੜ ਹਿਰਦੇ ਅੰਦਰ ਗਰੀਬੀ ਨਿਮਰਤਾ ਦੀ ਦਾਤ ਮਿਲ ਗਈ ਹੈ। ਕਾਰਜ ਸਗਲੇ ਸਿੱਧ ਭਏ, ਤਿਨਾਂ ਦੇ ਸਾਰੇ ਕਾਰਜ ਸਫਲ ਹੋ ਗਏ ਹਨ। ਸਿੱਧ ਭਏ, ਸਿੱਧ ਹੋ ਗਏ, ਪੂਰੇ ਹੋ ਗਏ, ਸਫਲੇ ਹੋ ਗਏ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਦੇ ਸਭ ਕਾਰਜ ਪੂਰੇ ਕਰ ਦਿੱਤੇ ਹਨ। ਭੇਟਿਆ ਗੁਰਪੂਰਾ, ਜਿਨ੍ਹਾਂ ਨੇ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਣਾ ਕੀਤਾ, ਪੂਰੇ ਸਤਿਗੁਰੂ ਜੀ ਦੀ ਜਿਨ੍ਹਾਂ ਨੇ ਸ਼ਰਨ ਧਾਰਨ ਕੀਤੀ ਹੈ, ਗੁਰੂ ਵਾਲੇ ਬਣੇ ਹਨ। ਮਨ ਬਾਣੀ ਸਰੀਰ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਪਰਾਇਣ ਕਰ ਦਿੱਤਾ। ਮਨ ਬਾਣੀ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਗੁਰੂ ਕੀ ਸ਼ਰਨ ਜਿਨ੍ਹਾਂ ਨੇ ਧਾਰਨ ਕਰ ਲਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਾਰੇ ਦੁੱਖ ਸਤਿਗੁਰਾਂ ਨੇ ਮੇਟ ਕਰਕੇ ਸਭ ਕਾਰਜ ਸਫਲੇ ਕਰ ਦਿੱਤੇ ਹਨ। ਆਸਾ ਮਹੱਲਾ ਪੰਜਵਾ, ਗੋਬਿੰਦ ਗੁਣੀ ਨਿਧਾਨ, ਜੋ ਗੋ ਪ੍ਰਿਥਵੀ ਦੀ ਬਿੰਦ ਪਰਵਰਿਸ਼ ਕਰਨ ਵਾਲਾ, ਗੁਣਾ ਦਾ ਖਜ਼ਾਨਾ ਪਰਮੇਸ਼ਰ ਹੈ। ਗੁਰਮੁਖ ਜਾਣੀਐ, ਗੁਰਾਂ ਦੇ ਮੁਖ ਦੁਆਰਾ ਉਸ ਨੂੰ ਜਾਣੀਦਾ ਹੈ। ਨਹੀਂ ਤੇ ਸਾਧ ਸੰਗਤ ਜੀ, ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਕੌਣ ਜਾਣ ਸਕਦਾ ਹੈ? ਜੀਵ ਆਪੋ ਵਿੱਚ ਭਾਵੇਂ ਜਿੰਨਾ ਮਰਜ਼ੀ ਯਤਨ ਕਰਦਾ ਰਹਿੰਦਾ ਹੈ, ਪਰ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਕਦੇ ਪਹਿਚਾਣ ਸਕਦਾ ਕਿ ਪਰਮਾਤਮਾ ਕਿੰਨਾ ਵੱਡਾ ਗੁਣਾਂ ਦਾ ਖਜ਼ਾਨਾ ਹੈ।
ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਪਿਆ। ਗੁਰਮੁਖ ਜਾਣੀ ਹੈ ਅਥਵਾ ਗੁਰਮੁਖਾਂ ਦੀ ਸੰਗਤ ਕਰਕੇ ਜੋ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਹੈ, ਐਸੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਦੇ ਖਜ਼ਾਨੇ ਸਭ ਜੀਵਾਂ ਦੀ ਪਰਵਰਿਸ਼ ਕਰਨ ਵਾਲੇ ਸਰੂਪ ਨੂੰ ਜਾਣੀਦਾ ਹੈ। ਹੋਏ ਕਿਰਪਾਲ ਦਇਆਲ। ਤੇ ਜੇ ਉਹ ਪ੍ਰਮਾਤਮਾ ਕਿਰਪਾਲੂ ਦਇਆ ਦੇ ਘਰ ਵਿੱਚ ਆ ਕਰਕੇ ਜੀਵ ਦੇ ਕਿਰਪਾ ਕਰ ਦਿੰਦਾ ਹੈ, ਹਰ ਰੰਗ ਮਾਣੀਐ, ਤਾਂ ਵਾਹਿਗੁਰੂ ਦੇ ਆਨੰਦ ਨੂੰ ਮਾਣੀਦਾ ਹੈ। ਜਿਨ੍ਹਾਂ ਤੇ ਕਿਰਪਾਲੂ ਦਇਆ ਦੇ ਘਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਤਾਂ ਹਰ ਰੰਗ ਮਾਣੀ ਹੈ। ਮਹਾਰਾਜ ਕਹਿੰਦੇ ਉਹਨਾਂ ਨੇ ਫਿਰ ਵਾਹਿਗੁਰੂ ਦੇ ਸਰੂਪ ਆਨੰਦ ਨੂੰ ਮਾਣਿਆ ਹੈ, ਪ੍ਰਮਾਤਮਾ ਦੀ ਭਗਤੀ ਦੇ ਆਨੰਦ ਨੂੰ ਮਾਣਿਆ ਹੈ। ਵਾਹਿਗੁਰੂ ਦੇ ਪਿਆਰ ਦੇ ਵਿੱਚ ਕਿੰਨਾ ਆਨੰਦ ਹੈ, ਉਹਨਾਂ ਗੁਰਮੁਖਾਂ ਨੇ ਉਸ ਆਨੰਦ ਨੂੰ ਮਾਣਿਆ, ਪ੍ਰਾਪਤ ਕੀਤਾ ਹੈ, ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾਲੂ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਆਪਣਾ ਪਿਆਰ ਲਗਾਇਆ ਹੈ। ਨਾਮ ਬਾਣੀ ਦੇ ਨਾਲ ਜਿਨ੍ਹਾਂ ਗੁਰਮੁਖਾਂ ਨੂੰ ਪ੍ਰਮਾਤਮਾ ਨੇ ਜੋੜਿਆ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਅਸਲ ਵਾਹਿਗੁਰੂ ਦੇ ਪਿਆਰ ਦਾ ਆਨੰਦ ਮਾਣਿਆ ਹੈ। ਆਵਹੁ ਸੰਤ ਮਿਲਾਹਾ। ਹੇ ਸੰਤ ਜਨੋ, ਆਓ ਪਿਆਰ ਦੇ ਨਾਲ ਮਿਲ ਕਰਕੇ ਹਰ ਕਥਾ ਕਹਾਣੀਆਂ, ਆਓ ਆ ਕਰਕੇ ਮਿਲ ਕੇ ਹਰੀ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਨੂੰ ਕਥਨ ਕਰੀਏ। ਨਿਰਗੁਣ ਸਰੂਪ ਦੇ ਪ੍ਰਮਾਤਮਾ ਦੇ ਅਚਰਜ ਹੈਰਾਨੀਜਨਕ ਵਾਹਿਗੁਰੂ ਦੇ ਕੌਤਕਾਂ ਨੂੰ ਕਥਨ ਕਰੀਏ, ਚੇਤੇ ਕਰੀਏ, ਯਾਦ ਕਰੀਏ। ਅਥਵਾ ਜੋ ਸਰਗੁਣ ਸਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਦੇਹਾਂ ਦੇ ਵਿੱਚ ਜੋ ਮਨੁੱਖਾ ਜਾਮਾ ਧਾਰਨ ਕਰਕੇ ਬੇਅੰਤ ਕੌਤਕ ਵਰਤਾਏ ਹਨ, ਤਮਾਮ ਜੀਵਾਂ ਦਾ ਉਧਾਰ ਕੀਤਾ ਹੈ, ਤਮਾਮ ਸੰਸਾਰ ਭਰ ਦੇ ਜੀਵਾਂ ਦਾ ਭਲਾ ਕੀਤਾ ਹੈ, ਸਿੱਧੇ ਰਸਤੇ ਤੇ ਜੀਵਾਂ ਨੂੰ ਚਲਾਇਆ ਹੈ, ਦੰਭ ਪਖੰਡ ਤੋਂ ਹਟਾ ਕੇ ਮਹਾਰਾਜ ਨੇ ਸੱਚ ਦੇ ਰਸਤੇ ਤੇ ਚਲਾਇਆ ਹੈ। ਆਓ ਸਤਿਪੁਰਸ਼ੋ, ਪਿਆਰ ਦੇ ਨਾਲ ਮਿਲ ਕਰਕੇ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਨੂੰ ਯਾਦ ਕਰੀਏ। ਆਨ ਦਿਲ ਸਿਮਰਹਿ ਨਾਮ, ਰਾਤ ਵੀ ਦਿਨੇ ਵੀ ਹੀ ਜੀਵ ਪਰਮੇਸ਼ਰ ਦਾ ਨਾਮ ਸਿਮਰਿਆ ਕਰ। ਤਜ ਲਾਜ ਲੋਕਾਣੀਆ। ਸੰਸਾਰ ਦੇ ਜਿਹੜੇ ਲੋਕ ਹਨ, ਲੋਕਾਂ ਦੀ ਜਿਹੜੀ ਕਾਨ ਕਨੋਟੋ ਨੂੰ ਛੱਡ ਕਰਕੇ, ਲੋਕ ਲੱਜਾ ਛੱਡ ਕੇ, ਕਿਉਂਕਿ ਲੋਕ ਤਾਂ ਕਿਸੇ ਬੰਨੇ ਵੀ ਸਾਧ ਸੰਗਤ ਜੀ ਬੰਦੇ ਨੂੰ ਟਿਕਣ ਨਹੀਂ ਦਿੰਦੇ। ਜੇ ਗੁਰੂ ਕੀ ਸੰਗਤ ਨਹੀਂ ਕਰਦਾ ਫਿਰ ਵੀ ਸਾਧ ਸੰਗਤ ਗੱਲਾਂ ਕਰਦੇ ਨੇ, ਜੇ ਸੰਗਤ ਕਰਨੀ ਸ਼ੁਰੂ ਕਰ ਦਿੰਦਾ ਫਿਰ ਵੀ ਕਹਿੰਦੇ ਹੁਣ ਬਾਬਾ ਬਣ ਗਿਆ, ਇਹ ਤੇ ਵਿਹਲਾ ਹੀ ਬੈਠਾ ਰਹਿੰਦਾ ਜਾ ਕੇ ਗੁਰੂ ਘਰ ਦੇ ਵਿੱਚ। ਤੇ ਮਹਾਰਾਜ ਇਸ ਲਈ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜੇ ਰਾਤ ਵੀ ਦਿਨੇ ਵੀ ਰੱਬ ਦਾ ਯਾਦ ਵਿੱਚ ਕਰਨਾ ਚਾਹੁੰਦਾ ਨਾ, ਪਰਮੇਸ਼ਰ ਦਾ ਨਾਮ ਜਪਣਾ ਚਾਹੁੰਦਾ, ਤਜ ਲਾਜ ਲੋਕਾਣੀਆ, ਤਾਂ ਫਿਰ ਸੰਸਾਰ ਦੀ ਲੋਕ ਲੱਜਾ ਕਾਨ ਕਨੌਟ ਛੱਡ ਕੇ ਰੱਬ ਨੂੰ ਚੇਤੇ ਕਰਿਆ ਕਰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਪ ਜਪ ਜੀਵਾ ਨਾਮ। ਹੇ ਪ੍ਰਮਾਤਮਾ, ਜਪਣੇ ਯੋਗ ਤੁਹਾਡਾ ਨਾਮ ਜਪ ਜਪ ਕਰਕੇ ਅਸੀਂ ਜੀਵਤ ਭਾਵ ਵਿੱਚ ਰਹਿੰਦੇ ਹਾਂ। ਹੋਵੇ ਆਨੰਦ ਕਣਾ, ਕਿਉਂਕਿ ਨਾਮ ਜਪਦੇ ਹੀ ਸਾਡੇ ਹਿਰਦੇ ਅੰਦਰ ਕਣਾ ਆਨੰਦ ਪ੍ਰਾਪਤ ਹੁੰਦਾ ਹੈ। ਨਾਮ ਜਪਣੇ ਕਰਕੇ ਮਹਾਰਾਜ ਹਿਰਦੇ ਅੰਦਰ ਬਹੁਤਾ ਆਨੰਦ ਮਿਲਦਾ ਹੈ। ਮਿਥਿਆ ਮੋਹ ਸੰਸਾਰ, ਜਿੰਨਾ ਵੀ ਸੰਸਾਰ ਦਾ ਮੋਹ ਹੈ ਨਾ, ਭਾਵੇਂ ਸਰੀਰਾਂ ਦਾ ਹੈ ਚਾਹੇ ਪਦਾਰਥਾਂ ਦਾ ਹੈ, ਇਹ ਸਭ ਮਿਥਿਆ ਹੈ, ਸਭ ਨਾ ਹੋਇਆ ਵਰਗਾ ਹੀ ਜਾਣਨਾ ਕਰ। ਝੂਠਾ ਵਿਣਸਣਾ, ਤੇ ਸਾਰਾ ਜਗਤ ਵੀ ਝੂਠਾ ਹੈ, ਵਿਣਸਣਾ ਵਿਸ਼ੇਸ਼ ਕਰਕੇ ਸਭ ਨਾਸ਼ ਹੋ ਜਾਣ ਵਾਲਾ ਹੈ। ਜੋ ਕੁਝ ਵੀ ਨਜ਼ਰ ਆਉਂਦਾ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਮਹਾਰਾਜ ਕਹਿੰਦੇ ਸਭ ਕੁਝ ਇਹ ਕਾਲ ਦੇ ਅਧੀਨ ਹੋ ਜਾਣ ਵਾਲਾ, ਬਿਨਸਨ ਹਾਰਾ ਜਾਣ। ਚਰਨ ਕਮਲ ਸੰਗ ਨੇਹ, ਹੈ ਜੀਵ ਪਰਮਾਤਮਾ ਦੇ ਨਾਮ ਰੂਪ ਚਰਨ ਕਮਲਾਂ ਦੇ ਨਾਲ ਜੋ ਨੇਹ ਪਿਆਰ ਹੈ, ਕਿਨੈ ਵਿਰਲੇ ਲਾਇਆ, ਕਿਸੇ ਵਿਰਲੇ ਨਹੀਂ ਲਗਾਇਆ ਹੈ। ਨਹੀਂ ਤਾਂ ਬਹੁਤੇ ਤਾਂ ਸ਼ਰੀਰਾਂ ਦੇ ਨਾਲ ਹੀ ਪਿਆਰ ਕਰਦੇ ਹਨ, ਹਰ ਸਮੇਂ ਸ਼ਰੀਰਾਂ ਦੇ ਨਾਲ ਹੀ ਮੋਹ ਕਰਦੇ ਹਨ, ਪਦਾਰਥਾਂ ਦੇ ਨਾਲ ਹੀ ਮੇਰ ਮਮਤਾ ਕਰਦੇ ਹਨ। ਕੋਈ ਵਿਰਲੇ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰੂਪ ਚਰਨ ਕਮਲਾਂ ਦੇ ਨਾਲ ਆਪਣਾ ਚਿੱਤ ਲਾਇਆ, ਹਿਰਦਿਓਂ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਲਗਾਇਆ ਹੈ। ਧਨ ਸੁਹਾਵਾ ਮੁਖ, ਸਤਿਗੁਰੂ ਜੀ ਕਹਿੰਦੇ ਉਹ ਮੁਖ ਧਨਤਾ ਦੇ ਯੋਗ ਹੈ,
ਉਹ ਮੁਖ ਉਹ ਮੁਖੜਾ ਸ਼ੋਭਾ ਵਾਲਾ ਜਾਣ। ਜਿਨ ਹਰ ਧਿਆਇਆ ਜਿਸ ਮੁਖ ਨੇ ਵਾਹਿਗੁਰੂ ਦਾ ਨਾਮ ਧਿਆਇਆ ਹੈ, ਜਿਸ ਮੁਖ ਦੁਆਰਾ ਪਰਮੇਸ਼ਰ ਦੇ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ ਕੀਤਾ ਹੈ, ਉਹ ਮੁਖ ਧਨਤਾ ਦੇ ਯੋਗ ਹੈ। ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਹ ਰਸਨਾ ਵੀ ਧਨਤਾ ਦੇ ਯੋਗ ਹੈ ਜਿਸ ਨੇ ਵਾਹਿਗੁਰੂ ਦੇ ਗੁਣ ਉਚਾਰਨ ਕੀਤੇ ਹਨ। ਉਹ ਕੰਨ ਵੀ ਧਨਤਾ ਯੋਗ ਜਿਨ੍ਹਾਂ ਕੰਨਾਂ ਨੇ ਪਰਮੇਸ਼ਰ ਦਾ ਜਸ ਸੁਣਿਆ ਹੈ। ਉਹ ਅੱਖਾਂ ਵੀ ਧਨਤਾ ਦੇ ਯੋਗ ਪਵਿੱਤਰ ਹਨ ਜੋ ਸਤਿਗੁਰੂ ਜੀ ਦੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਦੀਦਾਰ ਕਰਦੀਆਂ ਹਨ। ਇਸ ਲਈ ਮਹਾਰਾਜ ਕਹਿੰਦੇ ਮੁਖ ਧਨਤਾ ਦੇ ਯੋਗ ਤੇ ਸੋਭਾ ਵਾਲਾ ਜਾਣ, ਜਿਨ ਹਰ ਧਿਆਇਆ, ਜਿਸ ਨੇ ਵਾਹਿਗੁਰੂ ਦਾ ਨਾਮ ਧਿਆਇਆ ਹੈ। ਜਨਮ ਮਰਨ ਦੁਖ ਕਾਲ ਜੰਮਣ ਮਰਨ ਦਾ ਜੋ ਭਿਆਨਕ ਦੁੱਖ ਹੈ, ਕਾਲ ਦੀ ਲਪੇਟ ਵਿੱਚ ਜੋ ਬਾਰ-ਬਾਰ ਪੈਣਾ, ਕਾਲ ਦੇ ਮੂੰਹ ਵਿੱਚ ਪੈਣੇ ਦਾ ਦੁੱਖ ਹੈ। ਸਿਮਰਤ ਮਿਟ ਜਾਵਈ ਹੇ ਜੀਵ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਇਹ ਦੁੱਖ ਮਿਟ ਜਾਵੇਗਾ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਇਹ ਦੁੱਖ ਕਦੇ ਮਿਟਣ ਵਾਲਾ ਨਹੀਂ ਹੈ। ਨਾਨਕ ਕੈ ਪ੍ਰਭ ਸੋਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਦੇ ਪਿਆਰੇ, ਨਾਨਕ ਕਹਿ ਸੁਖ ਸੋਏ। ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਸੁਖ ਪਰਮੇਸ਼ਰ ਦਾ ਪਰਮ ਸੁਖ ਹੈ। ਜੋ ਪ੍ਰਭ ਭਾਵਈ ਜਿਨ੍ਹਾਂ ਦੀ ਭਾਵਨਾ ਪ੍ਰਭੂ ਨੂੰ ਭਾ ਗਈ ਹੈ, ਜਿਨ੍ਹਾਂ ਦਾ ਪਿਆਰ ਪਰਮੇਸ਼ਰ ਦੇ ਘਰ ਵਿੱਚ ਭਾ ਗਿਆ ਹੈ, ਉਹ ਜਾਣੋ ਕਿ ਸੰਸਾਰ ਦੇ ਜੰਮਣ ਮਰਨ ਦੇ ਦੁੱਖਾਂ ਤੋਂ ਰਹਿਤ ਹੋ ਗਏ ਹਨ। ਤਿਨਾਂ ਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਜੀ ਦੇ ਸਰੂਪ ਰੂਪੀ ਸੁਖ ਨੂੰ ਤਿਨਾਂ ਨੇ ਪਾ ਲਿਆ ਹੈ, ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਦੀ ਕਿਰਪਾਲਤਾ ਹੋ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਬੇਨਤੀ ਹੈ ਸਾਧ ਸੰਗਤ ਜੀ, ਮਹਾਰਾਜ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਗਰੀਬ ਨਵਾਜ ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣਾ ਹੈ। ਸ਼ਬਦ ਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗ ਕੇ ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਬਣਾਈਏ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ। ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।